ਬਿਜਲੀ ਦੇ ਕੱਟਾਂ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਤੇ ਲੋਕ ਸੜਕਾਂ ਤੇ ਬਹਿ ਕੇ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਨੇ। ਕਿੰਨਾ ਕੁ ਚਿਰ ਸਰਕਾਰਾਂ ਕੰਨ ਲਪੇਟ ਲੈਣਗੀਆਂ? ਅਕਸਰ ਨੂੰ ਤੇ ਕੰਨ ਧਰਨਾ ਹੀ ਪੈਣਾ ਇਹਨਾਂ ਮੁੱਦਿਆਂ ਤੇ। ਖੱਟਰ ਨੇ ਇੱਕ ਨਹੀਂ, ਖੱਟਰ ਨੇ ਬਹੁਤ ਸਾਰੇ ਬਿਆਨ ਦਿੱਤੇ ਨੇ। ਖੱਟਰ ਸਾਹਿਬ ਬਿਆਨ ਇਸ ਤਰ੍ਹਾਂ ਦੇ ਦੇਣ ਦੇ ਮਾਹਰ ਨੇ। ਕਹਿੰਦੇ ਨੇ ਕਿ ਜਿਸ ਤਰ੍ਹਾਂ ਦੀਆਂ ਘਟਨਾਵਾਂ, 2-4 ਘਟਨਾਵਾਂ ਉਹ ਗਣਾਉਂਦੇ ਨੇ। ਉਹਨਾਂ ਨੂੰ ਭੁੱਲ ਗਿਆ ਕਿ ਅੱਜ ਤੋਂ ਕੋਈ ਸਾਲ ਪਹਿਲਾਂ ਦਿੱਲੀ ਨੂੰ ਰੇਪ ਕੈਪੀਟਲ ਆਖਿਆ ਜਾਂਦਾ ਸੀ। ਹੁਣ ਉਹ ਲੋਕਤੰਤਰਿਕ ਹੱਕਾਂ ਦੀ ਗੱਲ ਕਰਦੇ ਨੇ। ਦੇਖੋ ਜੀ, ਉਲੰਘਣ ਹੋ ਰਿਹਾ, ਕਿਸਾਨ ਨਹੀਂ ਹੈ। ਕੁਝ ਦੇਸ਼ਾਂ ਨੇ, ਯੂਰਪੀਅਨ ਯੂਨੀਅਨ ਨੇ ਕੋਵਿਸ਼ੀਲਡ ਨੂੰ ਮਾਨਤਾ ਦੇ ਦਿੱਤੀ ਹੈ। ਉਹ ਇਸ ਕਰਕੇ ਕਿ ਭਾਰਤ ਨੇ ਕੋਈ ਦਮਖਮ ਵਿਖਾਇਆ, ਸਰਕਾਰ ਨੇ ਸ਼ਿਕੰਜਾ ਕੱਸਿਆ ਕਿ ਤੁਸੀਂ ਫਿਰ ਜਿਹੜੇ ਪਾਸਪੋਰਟ ਚੁੱਕੀ ਫਿਰਦੇ ਹੋ ਜਾਂ ਗ੍ਰੀਨ ਪਾਸ ਚੁੱਕੀ ਫਿਰਦੇ ਹੋ, ਅਸੀਂ ਵੀ ਕਿਸੇ ਨੂੰ ਮਾਨਤਾ ਨਹੀਂ ਦੇਣੀ। ਰਾਹੁਲ ਨੇ ਸਿੱਧੂ ਨੂੰ ਨਵਾਂ ਪੰਜਾਬ ਫਾਰਮੂਲਾ ਸਮਝਾਇਆ। ਖਬਰਾਂ ਆ ਰਹੀਆਂ ਨੇ ਸਾਰਾ ਪੰਜਾਬ ਤੇ ਰਲ ਮਿਲ ਕੇ ਇਹਨਾਂ ਨੇ ਚੱਟ ਲਿਆ ਤੇ ਇਹਨਾਂ ਨੇ ਹੁਣ ਨਵਾਂ ਕੀ ਕਰਨਾ। ਰਾਹੁਲ ਨੇ ਨਵੇਂ ਪੰਜਾਬ ਦਾ ਫਾਰਮੂਲਾ ਉਹਨਾਂ ਨੂੰ ਕਿੱਥੋਂ ਦਿੱਤਾ? ਰਾਹੁਲ ਨੂੰ ਪੰਜਾਬ ਬਾਰੇ ਕਿੰਨੀ ਕੁ ਜਾਣਕਾਰੀ ਹੈ? ਕੁਨਵਾ ਭਾਈਚਾਰਾ, ਇਸ ਤਰ੍ਹਾਂ ਦੇ ਲੋਕ, ਨਿਕੰਮੀ ਸੋਚ ਵਾਲੇ ਹਰ ਭਾਈਚਾਰੇ, ਹਰ ਕਮਿਊਨਿਟੀ, ਹਰ ਧਰਮ ਦੇ ਵਿੱਚ ਵਸਦੇ ਨੇ, ਰਹਿੰਦੇ ਨੇ। ਜਾਗਰੂਕਤਾ ਦੀ ਲੋੜ ਹੈ। ਸਰਕਾਰਾਂ ਇਸ ਦੇ ਵਿੱਚ ਬਹੁਤਾ ਕੁਝ ਨਹੀਂ ਕਰ ਸਕਦੀਆਂ। ਪੰਜਾਬ ਦੇ ਵਿੱਚ ਹਾਲਾਤ, ਇੱਕ ਪਾਸੇ ਕਿਸਾਨੀ ਮੋਰਚਾ, ਇੱਕ ਪਾਸੇ ਬਰਗਾੜੀ ਮੋਰਚਾ, ਦੂਸਰੇ ਪਾਸੇ ਥਾਂ-ਥਾਂ ਤੇ ਬਿਜਲੀ ਦੇ ਮੋਰਚੇ। ਇਸ ਵੇਲੇ ਪੰਜਾਬ ਜਿਹੜਾ ਭਖਦਾ ਹੋਇਆ, ਇਸ ਵੇਲੇ ਲਾਲ ਹੋਇਆ ਪਿਆ ਮੁੱਦਿਆਂ ਦੇ ਨਾਲ, ਮੋਰਚਿਆਂ ਦੇ ਨਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਹੈ ਵਿਚਾਰ ਚਰਚਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡੇ ਮਾਹਿਰ ਮਹਿਮਾਨ ਹੋਣਗੇ ਸਰਦਾਰ ਕੁਲਦੀਪ ਸਿੰਘ ਹੀਰ ਜੀ, ਤੇ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਗਰਮੀ ਦੀ, ਵੱਟ ਕੱਢ ਰਹੀ ਗਰਮੀ ਦੀ, ਬਿਜਲੀ ਦੇ ਕੱਟਾਂ ਦੀ, ਪੰਜਾਬ ਦੀ ਰਾਜਨੀਤੀ ਦੀ ਤੇ ਕਿਸਾਨ ਅੰਦੋਲਨ ਦੀ। ਹੋਰ ਵੀ ਬਹੁਤ ਸਾਰੇ ਮੁੱਦੇ ਨੇ ਜਿਹੜੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਚਾਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਣੇ ਮਾਹਿਰ ਮਹਿਮਾਨ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਸੁਖਦੀਪ। ਕੁਲਦੀਪ ਜੀ, ਇਸ ਤੋਂ ਪਹਿਲਾਂ ਵੀ ਆਪਾਂ ਰਾਜਨੀਤੀ ਦੀਆਂ ਗੱਲਾਂ ਕਰੀਏ, ਵੱਟ ਕੱਢ ਰਹੀ ਗਰਮੀ ਦੀ ਗੱਲ ਕਰਦੇ ਹਾਂ। ਬਿਜਲੀ ਦੇ ਕੱਟਾਂ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਤੇ ਲੋਕ ਸੜਕਾਂ ਤੇ ਬਹਿ ਕੇ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਨੇ। ਇਹ ਗੱਲ ਤੁਹਾਡੀ ਠੀਕ ਹੈ ਕਿ ਗਰਮੀ ਨੇ ਵੱਟ ਕੱਢੇ ਪਏ ਨੇ, ਤੇ ਗਰਮੀ ਭਾਰਤ ਵਿੱਚ ਤੇ ਖਾਸ ਤੌਰ ਤੇ ਉੱਤਰੀ ਭਾਰਤ ਵਿੱਚ ਤੇ ਹਰ ਸਾਲ ਹੀ ਵੱਟ ਕੱਢਦੀ ਹੈ ਜੀ, ਕਿਉਂਕਿ ਗਰਮ ਮੁਲਕ ਹੈ। ਹੋਰ ਵੀ ਕਈ ਇਹੋ ਜਿਹੇ ਮੁਲਕ ਹਨ ਦੁਨੀਆ ਦੇ ਜਿੱਥੇ ਗਰਮੀ ਬੇਤਹਾਸ਼ਾ ਹੁੰਦੀ ਹੈ ਤੇ ਤਾਪਮਾਨ ਜਿਹੜਾ ਹੈ ਉਹ 40, 45, 50 ਤੱਕ ਪਹੁੰਚਦਾ ਹੈ ਜੀ। ਪਰ ਗੱਲ ਉਹਨਾਂ ਮੁਲਕਾਂ ਦੀ ਕਰਨੀ ਬਣਦੀ ਹੈ ਜਿੱਥੇ ਆਮ ਤੌਰ ਤੇ ਇੰਨੀ ਗਰਮੀ ਨਹੀਂ ਹੁੰਦੀ ਜੀ। ਕੈਨੇਡਾ ਦਾ ਸੂਬਾ ਹੈ ਬ੍ਰਿਟਿਸ਼ ਕੋਲੰਬੀਆ, ਉਸ ਨੂੰ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਧਰਤੀ ਤੇ ਸਵਰਗ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਰ ਤਰ੍ਹਾਂ ਦਾ ਮੌਸਮ ਵੇਖਣ ਨੂੰ ਮਿਲਦਾ ਹੈ। ਅੰਦਰੂਨ BC ਦੇ ਵਿੱਚ ਚਲੇ ਜਾਈਏ ਤੇ ਬਹੁਤ ਠੰਡਾ ਮੌਸਮ ਵੀ ਹੁੰਦਾ ਹੈ ਸਿਆਲਾਂ ਨੂੰ, ਤੇ ਜਿਉਂ-ਜਿਉਂ ਵੈਨਕੂਵਰ ਸ਼ਹਿਰ ਵੱਲ ਨੂੰ ਤੁਸੀਂ ਆਉਂਦੇ ਹੋ, ਲੋਅਰ ਮੈਨਲੈਂਡ ਵੱਲ ਨੂੰ, ਤੇ ਥੋੜਾ ਜਿਹਾ ਫਰਕ ਪੈਂਦਾ ਜਾਂਦਾ ਹੈ। ਸਮੁੰਦਰ ਦਾ ਕਿਨਾਰਾ ਆ ਜਾਂਦਾ ਹੈ, ਮੌਸਮ ਸੁਹਾਵਣਾ ਹੈ, ਸੋਹਣਾ ਹੈ, ਦਰਖਤ ਵਗੈਰਾ ਹਰੇ ਭਰੇ ਕਾਫੀ ਹੁੰਦੇ ਨੇ। ਲੋਕ ਉੱਥੇ ਰਿਟਾਇਰਮੈਂਟ ਵਾਲਾ ਜੀਵਨ ਵੀ ਬਤੀਤ ਕਰਦੇ ਨੇ। ਆਸ-ਪਾਸ ਦੇ ਸ਼ਹਿਰਾਂ ਦੇ ਵਿੱਚ ਖੂਬਸੂਰਤ ਹੈ, ਬਹੁਤ ਸੈਰ ਸਪਾਟਾ ਹੁੰਦਾ ਹੈ। ਪਰ ਉਸ ਦਾ ਇੱਕ ਛੋਟਾ ਜਿਹਾ ਪਿੰਡ ਹੈ, ਉੱਥੇ ਤਾਪਮਾਨ ਜਿਹੜਾ ਹੈ ਉਹ 49 ਡਿਗਰੀ ਦੇ ਆਸ-ਪਾਸ ਰਿਕਾਰਡ ਕੀਤਾ ਗਿਆ, ਸੈਲਸੀਅਸ, ਫਾਰਨਹਾਈਟ ਨਹੀਂ ਹੈ। ਪਰ ਇਸ ਦਾ ਅਸਰ ਜਿਹੜਾ ਹੈ ਇਕੱਲੇ ਬ੍ਰਿਟਿਸ਼ ਕੋਲੰਬੀਆ ਵਿੱਚ ਨਹੀਂ, ਸਰਹੱਦੋਂ ਪਾਰਲੇ ਸਿਐਟਲ ਵਗੈਰਾ ਕੁਝ ਸ਼ਹਿਰ ਨੇ ਤੇ ਹੋਰ 1-2 ਸ਼ਹਿਰ ਉਹਨਾਂ ਦੇ ਅਮਰੀਕਾ ਦੇ ਹਨ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਤਾਪਮਾਨ ਬਹੁਤ ਉੱਚਾ ਦੱਸਿਆ ਗਿਆ ਤੇ ਗਰਮੀ ਨਾਲ ਬਹੁਤ ਜ਼ਿਆਦਾ ਸਮੱਸਿਆਵਾਂ ਪੈਦਾ ਹੋਈਆਂ। ਇੱਥੋਂ ਤੱਕ ਕਿ ਸਿਐਟਲ ਅਤੇ ਆਸ-ਪਾਸ ਦੇ ਏਰੀਏ ਦੇ ਵਿੱਚ ਬਿਜਲੀ ਦੇ ਕੱਟ ਵੀ ਲੱਗੇ ਨੇ, ਪਾਵਰ ਆਊਟੇਜ ਵੀ ਹੋਈ ਹੈ। ਪਰ ਸਰਕਾਰ ਨੇ ਤੇ ਮਹਿਕਮੇ ਵਾਲਿਆਂ ਨੇ ਜਾਂ ਜਿਹੜੇ ਉੱਥੇ ਸੰਬੰਧਿਤ ਅਦਾਰੇ ਨੇ, ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ, ਉਹ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਬਿਜਲੀ ਦੀ ਘਾਟ ਨਹੀਂ ਹੈ, ਟਰਾਂਸਮਿਸ਼ਨ ਲਾਈਨਾਂ ਦੇ ਵਿੱਚ ਥੋੜੀ ਜਿਹੀ ਸਾਡੀ ਸਮੱਸਿਆ ਹੈ, ਉਹਨਾਂ ਨੂੰ ਡਿਸਟ੍ਰੀਬਿਊਸ਼ਨ ਦੀ ਪ੍ਰੋਬਲਮ ਹੈ, ਵੰਡ ਪ੍ਰਣਾਲੀ ਥੋੜੀ ਜਿਹੀ ਸਾਡੀ ਨਾਕਸ ਸਾਬਤ ਹੋਈ ਹੈ, ਅਸੀਂ ਇਸ ਨੂੰ ਛੇਤੀ ਦਰੁਸਤ ਕਰ ਰਹੇ ਹਾਂ ਤੇ ਕਰਾਂਗੇ। ਹੁਣ ਉੱਥੇ ਦੀ ਖਬਰ ਅਮਰੀਕਾ ਤੱਕ ਦੀ ਦੁਨੀਆ ਭਰ ਦੇ ਵਿੱਚ ਪਹੁੰਚੀ ਹੈ ਕਿ ਅਮਰੀਕਾ ਵਿੱਚ ਗਰਮੀ ਦੇ ਨਾਲ ਕੱਟ ਜਿਹੜੇ ਨੇ ਲੱਗੇ ਨੇ। ਏਅਰ ਕੰਡੀਸ਼ਨਰ ਕੈਨੇਡਾ ਦੇ ਵਿੱਚ ਕਈ ਜਗ੍ਹਾ ਤੇ ਕਈ ਘਰਾਂ ਵਿੱਚ ਆਮ ਇਲਾਕਿਆਂ ਦੇ ਵਿੱਚ ਲੱਗੇ ਹੋਏ ਨੇ ਤੇ ਬਹੁਤਿਆਂ ਵਿੱਚ ਨਹੀਂ ਲੱਗੇ ਹੋਏ ਜੀ, ਕਿਉਂਕਿ ਠੰਡਾ ਮੁਲਕ ਹੈ। ਠੰਡਾ ਮੁਲਕ ਹੈ। ਇੱਥੋਂ ਤੱਕ ਕਿ BC ਦੇ ਪ੍ਰੀਮੀਅਰ ਨੇ ਵੀ ਇਹ ਗੱਲ ਆਖੀ ਕਿ ਅਸੀਂ ਯੂਜ਼ ਟੂ ਨਹੀਂ ਹੈ ਇਸ ਤਰ੍ਹਾਂ ਦੇ ਮੌਸਮ ਦੇ, ਆਦੀ ਨਹੀਂ ਆ, ਪਰ ਸਾਨੂੰ ਇਸ ਤਰ੍ਹਾਂ ਦੇ ਮੌਸਮ ਨੂੰ ਸਹਿਣ ਕਰਨਾ ਪੈ ਰਿਹਾ। ਮੇਰੇ ਆਪਣੇ ਦਫ਼ਤਰ ਵਿੱਚ ਵੀ ਏਅਰ ਕੰਡੀਸ਼ਨਰ ਨਹੀਂ ਹੈ ਜੀ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਤੇ ਲੋਕਾਂ ਨੂੰ ਗਰਮੀ ਤੋਂ ਬਚਾਅ ਲਈ ਨਸੀਹਤਾਂ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਨੂੰ ਸਲਾਹਾਂ ਦਿੱਤੀਆਂ ਜਾ ਰਹੀਆਂ ਨੇ।
ਆਮ ਤੌਰ ਤੇ ਇਹ ਆਖਿਆ ਜਾਂਦਾ ਹੈ ਕਿ ਜਿਹੜੇ ਮੁਲਕ ਦੇ ਵਿੱਚ ਜਿਹੋ ਜਿਹਾ ਮੌਸਮ ਹੋਵੇ, ਜਿਹੜੇ ਖਿੱਤੇ ਦੇ ਵਿੱਚ ਜਿਹੋ ਜਿਹਾ ਮੌਸਮ ਹੋਵੇ, ਉੱਥੋਂ ਦੇ ਲੋਕਾਂ ਨੂੰ ਪਤਾ ਹੁੰਦਾ ਹੈ, ਉੱਥੇ ਦੇ ਆਟੋਮੈਟਿਕਲੀ ਪਿਛਲੀਆਂ ਰਵਾਇਤਾਂ ਪੀੜ੍ਹੀਆਂ ਤੋਂ ਚੱਲਦੀਆਂ ਆਉਂਦੀਆਂ ਨੇ ਕਿ ਕਿਵੇਂ ਇਹਨਾਂ ਚੀਜ਼ਾਂ ਤੋਂ, ਅਵਸਥਾ ਤੋਂ ਬਚਣਾ ਹੈ ਤੇ ਇਹਨਾਂ ਤੋਂ ਅਸੀਂ ਕਿਵੇਂ ਆਪਣਾ ਬਚਾਅ ਕਰਨਾ ਹੈ। ਹੁਣ ਬਚਾਅ ਦੀ ਗੱਲ ਜਿਹੜੀ ਆ, ਭਾਰਤ ਦੇ ਵਿੱਚ ਗਰਮੀ ਤੋਂ ਜਿਹੜਾ ਬਚਾਅ ਕਿਵੇਂ ਕਰਦੇ ਨੇ ਲੋਕ, ਸਾਨੂੰ ਪਤਾ ਹੈ। ਤੇ ਕੋਈ ਇਸ ਤਰ੍ਹਾਂ ਅੰਦਰ ਜਿਹੜਾ ਰਹਿਣਾ, ਬਾਹਰ ਘੱਟ ਨਿਕਲਣਾ, ਧੁੱਪ ਦੇ ਵਿੱਚ ਸਿਰ ਢੱਕ ਕੇ ਰੱਖਣਾ, ਸਰੀਰ ਦੇ ਉੱਪਰ ਸਿੱਧੀ ਧੁੱਪ ਨਾ ਪੈਣ ਦੇਣਾ, ਤਰਲ ਪਦਾਰਥ ਲੈਣੇ ਤੇ ਜ਼ਿਆਦਾ ਪਿਆਸ ਲੱਗਣ ਤੇ ਚਾਹ ਵਗੈਰਾ ਪੀਣੀ, ਇਹ ਸਾਰੀਆਂ ਗੱਲਾਂ ਨੇ। ਤੇ ਇਸ ਤਰ੍ਹਾਂ ਕੱਚੇ ਮਕਾਨ ਹੋਇਆ ਕਰਦੇ ਸਨ, ਦਰਖਤਾਂ ਦੀ ਛਾਂ ਹੋਇਆ ਕਰਦੀ ਸੀ, ਉਹ ਸਾਰੀਆਂ ਚੀਜ਼ਾਂ ਹੈਲਪ ਕਰਦੀਆਂ ਸੀ। ਪਰ ਉਹ ਯੂਜ਼ ਟੂ ਨਹੀਂ ਨੇ। ਉੱਥੇ ਠੰਡ ਜ਼ਿਆਦਾ ਹੁੰਦੀ ਹੈ, ਉਹਨਾਂ ਨੂੰ ਇਹ ਤਾਂ ਪਤਾ ਹੈ ਕਿ ਠੰਡ ਤੋਂ ਕਿਵੇਂ ਬਚਣਾ ਤੇ ਬਰਫ਼ ਤੇ ਚੱਲਣਾ ਕਿਵੇਂ ਹੈ ਤੇ ਤਾਂ ਕਿ ਸਲਿੱਪ ਨਾ ਕਰੀਏ, ਭਾਵੇਂ ਫੇਰ ਵੀ ਕਰਦੇ ਨੇ। ਇਹ ਸਾਰੀਆਂ ਗੱਲਾਂ ਉਹਨਾਂ ਨੂੰ ਸਾਡੇ ਨਾਲੋਂ ਬਿਹਤਰ ਪਤਾ ਨੇ। ਹੁਣ ਗਰਮੀ ਦੇ ਕਰਕੇ ਉਹਨਾਂ ਨੂੰ ਮੁਸ਼ਕਲਾਂ ਬਣੀਆਂ ਹੋਈਆਂ ਨੇ। ਉਹ ਆਮ ਤੌਰ ਤੇ ਕਈ ਫੋਟੋਆਂ ਕਈ ਜਗ੍ਹਾ ਤੇ ਵੇਖਣ ਨੂੰ ਮਿਲੀਆਂ ਕਿ ਕਾਫੀ ਸਾਰੇ ਲੋਕ ਜਿਹੜੇ ਨੇ ਸਮੁੰਦਰਾਂ ਦੇ ਕੰਢਿਆਂ ਤੇ, ਦਰਿਆਵਾਂ ਦੇ ਕਿਨਾਰਿਆਂ ਤੇ, ਝੀਲਾਂ ਦੇ ਕਿਨਾਰਿਆਂ ਤੇ ਕੁਰਸੀਆਂ ਢਾਹ ਕੇ ਤੇ ਕੱਪੜੇ ਲਾ ਕੇ ਜਿਹੜੇ ਨੇ ਬੈਠੇ ਹੋਏ, ਤੇ ਸਿਰ ਉਹਨਾਂ ਦੇ ਕਿਤੇ ਕਿਸੇ ਨੇ ਟੋਪੀ ਪਾਈ ਹੋਈ ਤੇ ਕਿਸੇ ਨੇ ਨਹੀਂ ਪਾਈ, ਸਨਸਕ੍ਰੀਨ ਲਾ ਕੇ ਜਿਹੜੇ ਨੇ ਉਹ ਬੈਠੇ ਹੋਏ ਨੇ। ਪਰ ਉਹ ਉਹਨਾਂ ਨੂੰ ਸਮਝਣ ਵਾਲੀ, ਦੱਸਣ ਵਾਲੀ ਗੱਲ ਇਹ ਹੈ ਇੱਥੇ ਕਿ ਇਸ ਧੁੱਪ ਦੇ ਸਿੱਧੇ ਪ੍ਰਭਾਵ ਤੋਂ ਬਚਣਾ ਚਾਹੀਦਾ। ਸੋ ਉਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ 150 ਦੇ ਕਰੀਬ ਮੌਤਾਂ ਜਿਹੜੀਆਂ ਨੇ ਇਕੱਲੇ ਬ੍ਰਿਟਿਸ਼ ਕੋਲੰਬੀਆ 'ਚ ਹੋਈਆਂ ਦੱਸੀਆਂ ਜਾਂਦੀਆਂ ਨੇ। 150 ਮੌਤਾਂ ਬਹੁਤ ਹੁੰਦੀਆਂ ਨੇ। ਤੇ ਇੱਕ ਅਦਾਰੇ ਨੇ ਇੱਥੋਂ ਤੱਕ ਵੀ ਆਖਿਆ ਕਿ ਸਾਨੂੰ ਸ਼ੱਕ ਹੈ ਕਿ 458 ਮੌਤਾਂ ਇਹੋ ਜਿਹੀਆਂ ਹੋ ਸਕਦੀਆਂ ਨੇ ਜਿਹੜੀਆਂ ਇਸ ਲੂ ਦੇ ਨਾਲ ਤੇ ਇਸ ਗਰਮੀ ਨਾਲ ਸੰਬੰਧਿਤ ਹੋ ਸਕਦੀਆਂ ਨੇ, ਹੀਟ ਵੇਵ ਨਾਲ। ਪਰ ਅਸੀਂ ਉਹਨਾਂ ਨੂੰ ਸਿੱਧੇ ਤੌਰ ਤੇ ਅਜੇ ਜੋੜਦੇ ਨਹੀਂ, ਪਰ ਸਾਨੂੰ ਥੋੜੀ ਬਹੁਤੀ ਸ਼ੱਕ ਹੈ। ਹੁਣ ਇਹੋ ਜਿਹੀ ਸਥਿਤੀ ਤਾਂ ਉੱਥੇ ਬਣੀ ਹੋਈ ਹੈ। ਰੁਖ ਕਰਦੇ ਹਾਂ ਭਾਰਤ ਵੱਲ। ਭਾਰਤ ਵਿੱਚ ਇਹਨਾਂ ਦਿਨਾਂ ਦੇ ਵਿੱਚ ਸਖਤ ਗਰਮੀ ਹੁੰਦੀ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਹਰ ਸਾਲ ਹੁੰਦੀ ਹੈ। ਪਰ ਪਿਛਲੀ ਵਾਰ ਨਾਲੋਂ ਇਸ ਵਾਰੀ ਗਰਮੀਆਂ ਜਿਹੜੀਆਂ ਨੇ, ਠੰਡੀਆਂ ਗਰਮੀਆਂ ਕਿ ਆਖਿਆ ਗਿਆ ਇਹਨਾਂ ਨੂੰ, ਪਿਛਲੇ ਇੱਕ ਹਫ਼ਤੇ ਨੂੰ ਕੱਢ ਦਈਏ ਵਿੱਚੋਂ, ਤੇ ਮੌਨਸੂਨ ਦੀ ਜਿਹੜੀ ਇੱਕ ਲਹਿਰ ਜਿਹੜੀ ਲਗਾਤਾਰ ਉੱਤਰ ਭਾਰਤ ਵੱਲ ਆ ਰਹੀ ਸੀ, ਉਹ ਰਸਤੇ ਵਿੱਚ ਹੀ ਰੁਕ ਗਈ ਹੈ। ਉਹ ਇੱਕ ਪਾਸੇ ਨੂੰ ਹੋ ਗਈ ਹੈ ਜਾਂ ਦਿੱਲੀ ਤੋਂ ਪਿੱਛੇ ਰੁਕ ਗਈ ਹੈ। ਤੇ ਪਤਾ ਨਹੀਂ ਕੀ ਗੱਲ ਹੈ। ਤੇ ਦਿੱਲੀ ਦੇ ਸਰਹੱਦਾਂ ਜਿਹੜੀਆਂ ਨੇ ਇਸ ਤਰ੍ਹਾਂ ਸੀਲ ਕੀਤੀਆਂ ਹੋਈਆਂ ਨੇ ਜਾਂ ਉੱਥੇ ਨਹੀਂ ਐਂਟਰ ਕਰ ਰਹੀ, ਪਰ ਪੰਜਾਬ ਵਿੱਚ ਵੀ ਨਹੀਂ ਆ ਰਹੀ। ਕਿਤੇ ਕਿਤੇ ਕੋਈ ਪ੍ਰੀ ਮਾਨਸੂਨ ਸ਼ਾਵਰ ਜਿਹੜੇ ਨੇ, ਸ਼ਰਾਟੇ ਜਿਹੜੇ ਨੇ ਹੋਏ ਨੇ। ਇਸ ਦੇ ਕਈ ਕਾਰਨ ਜਿਹੜੇ ਮਾਹਿਰਾਂ ਵੱਲੋਂ ਦੱਸੇ ਜਾ ਰਹੇ ਨੇ ਕਿ ਕੁਝ ਖਾਸ ਕਿਸਮ ਦੀਆਂ ਹਵਾਵਾਂ ਤੇ ਇੱਕ ਖਾਸ ਕਿਸਮ ਦਾ ਸਿਸਟਮ ਇੱਥੇ ਪਹਿਲਾਂ ਤੋਂ ਮੌਜੂਦ ਹੈ ਜੋ ਮੌਨਸੂਨ ਨੂੰ ਆਉਣ ਤੋਂ ਰੋਕ ਰਿਹਾ ਹੈ ਤੇ ਮੌਨਸੂਨ ਦੀ ਗਤੀ ਨਹੀਂ ਵੱਧ ਰਹੀ। ਹੁਣ ਪੰਜਾਬ ਦੇ ਵਿੱਚ ਗਰਮੀ ਪਿਛਲੇ 3-4 ਦਿਨਾਂ ਤੋਂ ਕਾਫੀ ਪਈ ਹੈ। ਅਜੇ ਤੱਕ ਕੋਈ ਇਹੋ ਜਿਹੀ ਅਣਸੁਖਾਵੀ ਘਟਨਾ ਦੀ ਜਿਹੜੀ ਸਾਡੇ ਕੋਲ ਖਬਰ ਨਹੀਂ ਹੈ ਕਿ ਕੋਈ ਇਸ ਤਰ੍ਹਾਂ ਦਾ ਵਾਪਰਿਆ ਹੋਵੇ ਕਿ ਜਿਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਬ੍ਰਿਟਿਸ਼ ਕੋਲੰਬੀਆ ਜਾਂ ਹੋਰਨਾਂ ਦੇਸ਼ਾਂ ਤੋਂ ਆਈਆਂ ਨੇ ਗਰਮੀ ਨਾਲ। ਪਰ ਇਹੋ ਜਿਹੀ ਕੋਈ ਗੱਲ ਨਹੀਂ। ਪਰ ਇਹੋ ਜਿਹੀ ਇੰਨੀ ਜ਼ਿਆਦਾ ਗਰਮੀ ਹੈ, ਇਸ ਦੇ ਨਾਲ ਮੌਨਸੂਨ ਜਿਹੜੀ ਹੈ ਉਸ ਦੇ ਨਾਲ ਹੀ ਰਾਹਤ ਮਿਲਣੀ ਹੈ। ਪਾਣੀ ਦੀ ਕਮੀ ਜਿਹੜੀ ਆਉਣ ਵਾਲੇ ਸਾਲਾਂ ਦੇ ਵਿੱਚ ਸਾਨੂੰ ਬਹੁਤ ਰੜਕੇਗੀ। ਇਸ ਗੱਲ ਤੇ ਸਾਨੂੰ ਗੌਰ ਕਰਨਾ ਪਏਗਾ। ਪਾਣੀ ਦੀ ਕਮੀ ਕਰਕੇ ਝੋਨੇ ਦੀਆਂ ਫੋਟੋਆਂ ਜਿਹੜੀਆਂ ਨੇ, ਝੋਨਾ ਲਾਏ ਦੀਆਂ, ਜੀਰੀ ਲਾਈ ਦੀਆਂ, ਉਹ ਆਮ ਸੋਸ਼ਲ ਮੀਡੀਆ ਤੇ ਹੁਣ ਤੁਸੀਂ ਵੇਖ ਸਕਦੇ ਹੋ। ਜਿੱਥੇ ਕਿਸਾਨਾਂ ਨੇ ਲਾਇਆ ਸੀ 10 ਜੂਨ ਨੂੰ ਜਿਹੜਾ ਸੀ, ਉਹ ਕਿਸਾਨਾਂ ਨੂੰ ਝੋਨਾ ਲਾਉਣ ਦੀ ਇਜਾਜ਼ਤ ਜਿਹੜੀ ਹੈ ਪੰਜਾਬ ਵਿੱਚ ਦਿੱਤੀ ਗਈ ਸੀ। ਡਾਇਰੈਕਟ ਸੋਇੰਗ ਵਾਲਾ, ਭਾਵ ਪਾਣੀ ਤੋਂ ਬਿਨਾਂ ਵਾਲਾ ਜਿਹੜਾ ਸੁੱਕੀ ਸਿੱਧੀ ਬਿਜਾਈ ਹੁੰਦੀ ਹੈ, ਉਸ ਦੀ ਇਜਾਜ਼ਤ ਪਹਿਲਾਂ ਮਿਲ ਜਾਂਦੀ ਹੈ ਤੇ ਪਾਣੀ ਵਾਲੇ ਦੀ 10 ਜੂਨ ਤੋਂ ਹੁੰਦੀ ਹੈ। ਤੇ ਮੀਂਹ ਪਾਣੀ ਦੀ ਕੀ ਖਬਰ ਹੈ ਪੰਜਾਬ? ਮੀਂਹ ਪਾਣੀ ਦੀ ਅਜੇ 1-2 ਦਿਨਾਂ 'ਚ ਕੁਝ ਰਾਹਤ ਮਿਲ ਸਕਦੀ ਹੈ। ਪਰ ਫੁੱਲ ਮੌਨਸੂਨ ਜਿਹੜੇ ਫੁਆਰਾਂ ਹੁੰਦੀਆਂ ਨੇ ਜਾਂ ਪੂਰੇ ਸ਼ਰਾਟੇ ਹੁੰਦੇ ਨੇ ਜਾਂ ਬਰਸਾਤ ਲੱਗਦੀ ਹੈ, ਝੇੜੀ ਲੱਗਦੀ ਹੈ, ਉਸ ਵਿੱਚ ਅਜੇ ਕੋਈ ਸਮਾਂ ਬਾਕੀ ਹੋ ਸਕਦਾ ਹੈ। ਪਰ ਅਜੇ ਮੌਨਸੂਨ ਕਮਜ਼ੋਰ ਹੈ, ਅਜੇ ਇਸਨੇ ਜ਼ੋਰ ਨਹੀਂ ਫੜਿਆ। ਜਦੋਂ ਜ਼ੋਰ ਫੜ ਲਿਆ, ਹਵਾਵਾਂ ਅਨੁਕੂਲ ਹੋ ਗਈਆਂ, ਪੰਜਾਬ ਵਿੱਚ ਹਾਲਾਤ ਬਿਹਤਰ ਹੋ ਸਕਦੇ ਨੇ। ਇਹ ਤੇ ਗੱਲ ਰਹੀ ਗਰਮੀ ਦੀ। ਪਰ ਜੇ ਬਿਜਲੀ ਦੇ ਕੱਟਾਂ ਦੀ ਗੱਲ ਕਰੀਏ, ਕੀ ਪੇਂਡੂ ਖੇਤਰ ਤੇ ਕੀ ਸ਼ਹਿਰੀ ਖੇਤਰ, ਸਾਰੇ ਲੋਕ ਸੜਕਾਂ ਤੇ ਬੈਠੇ ਨੇ, ਹਾਹਾਕਾਰ ਮੱਚੀ ਆ, ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਨੇ। ਸਵਲੀਨ ਜੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 10 ਜੂਨ ਤੋਂ ਕਿਸਾਨਾਂ ਨੂੰ ਝੋਨਾ ਲਾਉਣ ਦੀ ਇਜਾਜ਼ਤ ਹੁੰਦੀ ਹੈ। ਤੇ 10 ਜੂਨ ਤੋਂ ਕਿਸਾਨਾਂ ਨੂੰ 8 ਘੰਟੇ ਜਿਹੜੀ ਬਿਜਲੀ ਦੀ ਸਪਲਾਈ ਹੈ ਉਹ ਯਕੀਨੀ ਬਣਾਉਣ ਲਈ ਸਰਕਾਰ ਜਿਹੜੀ ਆ ਪੱਬਾਂ ਭਾਰ ਹਰ ਸਾਲ ਹੋ ਜਾਂਦੀ ਹੈ। ਬਿਲਕੁਲ, ਗੱਲਾਂ ਬਾਤਾਂ 'ਚ ਗੱਲਾਂ ਬਾਤਾਂ। ਪਰ ਇਸ ਨੂੰ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਕਿਸਾਨਾਂ ਨੂੰ ਕਿ ਦਿੱਤਾ ਜਾਵੇ, ਕਿਸਾਨੀ ਖੇਤਰ ਨੂੰ ਖੁਸ਼ ਰੱਖਿਆ ਜਾਵੇ। ਪਰ ਇਸ ਵਾਰੀ ਸਰਕਾਰ ਪਤਾ ਨਹੀਂ ਕਿਸੇ ਖਾਸ ਕਾਰਨ ਕਰਕੇ ਫੇਲ ਹੁੰਦੀ ਜਾਪ ਰਹੀ ਹੈ। ਜਾਂ ਤਾਂ ਸਰਕਾਰ ਕੋਲ ਇੰਨੀ ਬਿਜਲੀ ਨਹੀਂ ਬਣ ਰਹੀ, ਜਾਂ ਟਰਾਂਸਮਿਸ਼ਨ ਲਾਈਨਾਂ ਇੰਨੀਆਂ ਮਾੜੀਆਂ ਹੋ ਚੁੱਕੀਆਂ ਨੇ ਕਿ ਉਹ ਲੋਕ ਕਿਸਾਨਾਂ ਤੱਕ ਬਿਜਲੀ ਪਹੁੰਚ ਨਹੀਂ ਰਹੀ। ਪਰ ਅਸਲੋਂ ਜਿਹੜਾ ਹੈ ਉਹ ਗੱਲ ਇਹ ਹੈ ਕਿ ਸਿਸਟਮ ਤੇ ਲੋਡ ਬਹੁਤ ਜ਼ਿਆਦਾ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਕਈ ਸਾਲ ਪਹਿਲਾਂ ਇੱਕ ਫੈਸਲਾ ਲਿਆ ਗਿਆ ਸੀ। ਤੁਹਾਨੂੰ ਪਤਾ ਹੈ ਕਿ ਜਿਹੜਾ ਬਿਜਲੀ ਮਹਿਕਮਾ ਹੈ ਅੱਜ ਕੱਲ੍ਹ ਇਸ ਦੇ 2 ਬ੍ਰਾਂਚਾਂ ਨੇ, PSPCL ਤੇ ਇਹ ਉਹ ਜੋ ਬਿਜਲੀ ਦੇ ਜੋ ਸਿਸਟਮ ਹੈ
ਜਿਸ ਦੇ ਖਰਚੇ ਨੇ, ਬਿਲਿੰਗ ਹੈ, ਹੋਰ ਸਾਰਾ ਕੁਝ ਹਿਸਾਬ ਕਿਤਾਬ ਜਿਹੜਾ ਸਾਰਾ ਰੱਖਦਾ ਹੈ ਕਿ ਕਿਵੇਂ ਇਹ ਸਾਰਾ ਕੁਝ ਹੋਣਾ ਹੈ। ਤੇ ਇੱਕ ਜਿਹੜਾ ਹੈ ਟਰਾਂਸਕੋ ਲਿਮਟਿਡ ਹੈ, ਉਹ ਜਿਹੜਾ ਟਰਾਂਸਮਿਸ਼ਨ ਭਾਵ ਕਿ ਲਾਈਨਾਂ ਵਗੈਰਾ ਜਿਹੜੀਆਂ ਪਈਆਂ ਹੋਈਆਂ ਨੇ, ਵੰਡ ਪ੍ਰਣਾਲੀ ਕਿਵੇਂ ਕਰਨੀ ਹੈ ਬਿਜਲੀ ਦੀ, ਉਹ ਸਾਰਾ ਦੇਖ ਰੇਖ ਉਹਨਾਂ ਦਾ ਕਰਦਾ। ਪਹਿਲਾਂ ਇਸ ਦਾ ਨਾਮ ਹੋਇਆ ਕਰਦਾ ਸੀ PSCB, ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ। PSCB ਇੱਕ ਹੋਰ ਵੀ ਹੈ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੀ ਹੈ, ਪਰ ਇਹ PSCB ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਸੀ। ਉਸ ਨੂੰ ਭੰਗ ਕਰਕੇ ਪੁਰਾਣੇ ਬੋਰਡ ਨੂੰ ਉਸ ਦੀ ਜਗ੍ਹਾ ਤੇ ਖਾਤਿਆਂ ਤੇ ਲੀਕ ਮਾਰ ਦਿੱਤੀ ਕਿ ਪਿਛਲੇ ਘਾਟਿਆਂ ਨੂੰ ਤੁਸੀਂ ਛੱਡ ਦਿਓ, ਹੁਣ ਉਹਨਾਂ ਦੀ ਗੱਲ ਨਾ ਕਰੋ, ਤੁਹਾਨੂੰ ਨਵੇਂ ਫਰੈਸ਼ ਜਿਹੜੇ ਵਹੀ ਖਾਤੇ ਦਿੰਦੇ ਆ ਤੇ ਆਹ 2 ਮਹਿਕਮਿਆਂ ਨੂੰ ਹੁਣ ਤੁਸੀਂ ਚਲਾਓ। ਪਰ ਉਹ ਗੱਲ ਉੱਥੇ ਦੀ ਉੱਥੇ ਹੀ ਰਹੀ, ਉਸ ਨਾਲ ਕੋਈ ਬਿਹਤਰੀ ਨਹੀਂ ਹੋਈ। ਇਹ ਹਾਲਾਤ ਨੇ। ਹੁਣ ਕਿਸਾਨਾਂ ਤੱਕ ਜਿਹੜੀ ਬਿਜਲੀ ਆ 8 ਘੰਟੇ ਨਹੀਂ ਪਹੁੰਚ ਰਹੀ। ਇਸ ਵੇਲੇ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਕਿਸਾਨ ਸੜਕਾਂ ਤੇ ਬੈਠੇ ਹੋਏ ਨੇ। ਪੰਜਾਬ ਵਿੱਚ ਕਈ ਜਗ੍ਹਾ ਤੇ ਮੁਜ਼ਾਹਰੇ ਹੋਏ ਨੇ। ਕਈ ਬਿਜਲੀ ਜਿਹੜੇ ਮਹਿਕਮਾ ਉਸ ਦੇ ਅਫਸਰਾਂ ਨੂੰ, ਦਫ਼ਤਰਾਂ ਨੂੰ ਘੇਰਿਆ ਗਿਆ ਕਿਸਾਨਾਂ ਵੱਲੋਂ ਤੇ ਮੰਗ ਪੱਤਰ ਦਿੱਤੇ ਗਏ ਨੇ ਵੱਡੇ ਪੱਧਰ ਤੇ ਸਰਕਾਰ ਤੇ ਦਬਾਅ ਬਣਿਆ ਹੋਇਆ ਕਿ ਕਿਸੇ ਨਾ ਕਿਸੇ ਤਰੀਕੇ ਬਿਜਲੀ ਜਿਹੜੀ ਹੈ ਉਹ ਦਿੱਤੀ ਜਾਵੇ। ਹੁਣ ਸੁਣਨ ਵਿੱਚ ਇਹ ਆਇਆ ਕਿ ਕਿਸਾਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਥੋੜਾ ਜਿਹਾ, ਤੁਹਾਡੇ ਜਿਹੜੀ ਗੱਲਾਂ ਬਾਤਾਂ ਤੁਸੀਂ ਕਰ ਰਹੇ ਹੋ ਅਸੀਂ ਉੱਪਰ ਪਹੁੰਚਾ ਰਹੇ ਹਾਂ, ਪਤਾ ਨਹੀਂ ਪਹੁੰਚਾਉਣੀਆਂ ਬਾਈ ਹੈਂਡ ਪਹੁੰਚਾਉਣੀਆਂ ਕਿ ਕਿਵੇਂ, ਇਹ ਤਾਂ ਗੱਲਾਂ ਫੋਨਾਂ ਤੇ ਹੋਣੀਆਂ ਚਾਹੀਦੀਆਂ ਨੇ। ਇਹ ਆਖਿਆ ਜਾ ਰਿਹਾ ਕਿ ਤੁਸੀਂ 3 ਜੁਲਾਈ ਤੱਕ ਥੋੜਾ ਜਿਹਾ ਨਾ ਹੁਣ ਸਬਰ ਕਰੋ, 3 ਜੁਲਾਈ ਤੋਂ ਬਾਅਦ ਅਸੀਂ ਸਥਿਤੀ ਨੂੰ ਜਿਹੜਾ ਸਾਂਭ ਲਵਾਂਗੇ। ਉਸ ਗੱਲ ਸਾਫ਼ ਜ਼ਾਹਰ ਹੈ ਕਿ 3 ਜੁਲਾਈ ਤੱਕ ਬਿਜਲੀ ਮਹਿਕਮਾ ਸਿਰਫ ਮੌਨਸੂਨ ਉਡੀਕ ਰਿਹਾ। ਬਿਜਲੀ ਦੇ ਖਰਚੇ ਇਸ ਵੇਲੇ ਪੰਜਾਬ ਸਰਕਾਰ ਦੇ ਪੂਰੇ ਨਹੀਂ ਹੋ ਰਹੇ, ਬਿਜਲੀ ਨਹੀਂ ਪੂਰੀ ਹੋ ਰਹੀ, ਬਿਜਲੀ ਲੋਕਾਂ ਤੱਕ ਪਹੁੰਚ ਨਹੀਂ ਰਹੀ, ਲਾਈਨਾਂ ਦੇ ਵਿੱਚ ਬੇਤਹਾਸ਼ਾ ਲਾਸ ਹੈ। ਘਰੇਲੂ ਖੇਤਰ ਦੀ ਹਾਲਾਤ ਇਹ ਨੇ ਕਿ ਸ਼ਹਿਰਾਂ ਦੇ ਫੀਡਰਾਂ ਦੇ ਵਿੱਚ 4-4, 5-5 ਘੰਟੇ ਦੇ ਕੱਟ ਆਮ ਨੇ। ਰਾਤ ਨੂੰ ਵੀ ਸਾਰੀ ਰਾਤ ਵੀ ਕਈ ਜਗ੍ਹਾ ਤੇ ਬਿਜਲੀ ਨਾ ਹੋਣ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਆਈਆਂ ਨੇ। ਪਰ ਇਹ ਅਸਲੋਂ ਗੱਲ ਜਿਹੜੀ ਹੈ ਕਿ ਬਿਜਲੀ ਇੱਕ ਪਾਸੇ ਫ੍ਰੀ ਦੇਣ ਦੀ ਗੱਲ, ਕੋਈ ਕਹਿੰਦਾ 200 ਯੂਨਿਟ, ਕੋਈ ਕਹਿੰਦਾ 300 ਯੂਨਿਟ, ਕੋਈ ਕੁਛ ਕਹਿੰਦਾ। ਪਰ ਗੱਲ ਇਹ ਹੈ ਕਿ ਇਸ ਵੇਲੇ ਲੋਕਾਂ ਨੂੰ ਜਿਹੜਾ ਭੰਬਲ ਭੂਸੇ ਦੇ ਵਿੱਚ ਪਾ ਕੇ ਇਸ ਤਰ੍ਹਾਂ ਜਾਪਦਾ ਹੈ ਕਿ ਵੋਟਾਂ ਬਟੋਰਨ ਦਾ ਯਤਨ ਕੀਤਾ ਜਾ ਰਿਹਾ। ਅਸਲੋਂ ਬਿਜਲੀ ਦਾ ਕੋਈ ਹੱਲ ਹੋਵੇਗਾ ਜਾਂ ਨਹੀਂ, ਇਹ ਲੱਗਦਾ ਨਹੀਂ। ਇਹ ਬਹੁਤ ਵੱਡੇ ਪੱਧਰ ਤੇ ਵੱਡਾ ਆਪਰੇਸ਼ਨ ਹੋਵੇਗਾ, ਫੇਰ ਹੀ ਲੋਕਾਂ ਦੇ ਘਰਾਂ ਤੱਕ ਜਿਹੜੀ ਸਪਲਾਈ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਪਹੁੰਚ ਸਕੇਗੀ। ਤੁਸੀਂ ਆਮ ਤੌਰ ਤੇ ਵੇਖਿਆ ਹੋਵੇਗਾ ਸਬਲੀਨ ਜੀ, ਮਾਫ ਕਰਨਾ, ਆਮ ਤੌਰ ਤੇ ਵੇਖਿਆ ਹੋਵੇਗਾ, ਅਸੀਂ ਕਈ ਵਾਰੀ ਕਿਸੇ ਦਫ਼ਤਰ 'ਚ ਕੰਮਕਾਜ ਵਾਸਤੇ ਜਾਂਦੇ ਹਾਂ, ਕੋਈ ਮਕੈਨੀਕਲ ਕੰਮ ਸਾਡਾ ਅਸੀਂ ਕਰਵਾਉਣਾ ਹੋਵੇ, ਬਿਜਲੀ ਨਹੀਂ ਹੈ ਜੀ, ਬੱਤੀ ਨਹੀਂ ਹੈ ਜੀ, ਇਹੋ ਜਿਹੀ ਕਿੰਨੀ ਵਾਰੀ ਤੁਹਾਨੂੰ ਸੁਣਨ ਨੂੰ ਮਿਲਦਾ। ਜੇ ਸਾਡੇ ਘਰਾਂ ਦੇ ਵਿੱਚ ਇਨਵਰਟਰ ਜਾਂ ਜਨਰੇਟਰ ਨਾ ਹੋਣ ਤੇ ਫਿਰ ਤੁਸੀਂ ਦੱਸੋ ਕਿ ਸਾਡਾ ਕੀ ਬਣੇਗਾ। ਕਿੰਨੀ ਐਡਵਰਟਾਈਜ਼ਮੈਂਟ ਜਿਹੜੀ ਹੈ, ਉਸ ਤੇ ਇਸ਼ਤਿਹਾਰ ਜਿਹੜੇ ਨੇ ਮੀਡੀਆ ਦੇ ਵਿੱਚ ਇਨਵਰਟਰਾਂ ਦੇ ਤੇ ਹੋਰਨਾਂ ਚੀਜ਼ਾਂ ਦੇ ਆਉਂਦੇ ਨੇ ਕਿ ਤੁਸੀਂ ਆਹ ਖਰੀਦ ਲਓ, ਜਨਰੇਟਰ ਖਰੀਦ ਲਓ, ਉਹ ਖਰੀਦ ਲਓ। ਇਸੇ ਕਰਕੇ ਹੈ ਕਿ ਸਰਕਾਰ ਅਜੇ ਤੱਕ ਯਕੀਨੀ ਨਹੀਂ ਬਣਾ ਸਕੀ। ਲੋਕ ਆਪਣੇ ਸਿਰ ਖੁਦ ਹੋ ਕੇ ਆਪਣੀ ਮਿਹਨਤ ਦੇ ਨਾਲ ਇਹ ਕੰਮ ਚਲਾ ਰਹੇ ਨੇ। ਸਰਕਾਰ ਦੇ ਵੱਸ ਦੀ ਗੱਲ ਜਾਪਦੀ ਨਹੀਂ। ਪਰ ਕਿੰਨਾ ਕੁ ਚਿਰ ਸਰਕਾਰਾਂ ਕੰਨ ਲਪੇਟ ਲੈਣਗੀਆਂ? ਅਕਸਰ ਨੂੰ ਤੇ ਕੰਨ ਧਰਨਾ ਹੀ ਪੈਣਾ ਇਹਨਾਂ ਮੁੱਦਿਆਂ ਤੇ। ਦੇਖੋ, ਇਹ ਲੋਕਾਂ ਤੇ ਡਿਪੈਂਡ ਕਰਦਾ ਹੈ। ਇਸ ਦੇ ਬਾਰੇ ਅੱਗੇ ਜਾ ਕੇ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਲੋਕ ਕਿੰਨਾ ਕਿ ਇਹਨਾਂ ਨੂੰ ਮਜਬੂਰ ਕਰਦੇ ਨੇ ਕਿ ਇਹਨਾਂ ਮੁੱਦਿਆਂ ਤੇ ਵੀ ਗੱਲਬਾਤ ਕਰੋ। ਜੀ ਮੁੱਦਿਆਂ ਤੇ ਚਰਚਾ ਇਸੇ ਤਰ੍ਹਾਂ ਜਾਰੀ ਰਹੇਗੀ। ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਅਸੀਂ ਗੱਲ ਕਰ ਰਹੇ ਹਾਂ ਗਰਮੀ ਨੇ ਵੱਟ ਕੱਢੇ ਆ ਤੇ ਕਿਸਾਨ ਅੰਦੋਲਨ ਦੀ ਵੀ ਗੱਲ ਕਰੀਏ, ਉੱਥੇ ਕੀ ਹਾਲਾਤ ਹੋਣਗੇ ਇਸ ਵੇਲੇ? ਬਹੁਤ ਔਖੇ ਹਾਲਾਤ ਨੇ, ਪਰ ਉਹ ਕਿਸਾਨ ਬੈਠੇ ਨੇ, ਇਸ ਗੱਲ ਨੂੰ ਸਮਝਣਾ ਚਾਹੀਦਾ। ਜਿਹੜੀ ਧੁੱਪ ਹੈ ਜਾਂ ਠੰਡ ਹੈ ਜਾਂ ਬਰਸਾਤ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਮੌਸਮ ਹੋਵੇ, ਕਿਸਾਨ ਤੋਂ ਵੱਧ ਕੇ ਉਹਨੂੰ ਪਤਾ ਹੁੰਦਾ ਤੇ ਕਿਸਾਨ ਲਈ। ਪਰ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਬਣਾਏ ਗਏ ਨੇ ਕਿ ਕਿਸਾਨਾਂ ਨੂੰ ਆਪਣੇ ਕੰਮ ਛੱਡ ਕੇ ਜਿਹੜਾ ਸੜਕਾਂ ਤੇ ਬੈਠਣ ਲਈ ਮਜਬੂਰ ਹੋਣਾ ਪਿਆ। ਤੇ ਸਰਕਾਰਾਂ ਇਸ ਗੱਲ ਵੱਲ ਧਿਆਨ ਵੀ ਨਹੀਂ ਦੇ ਰਹੀਆਂ ਕਿ ਇੱਥੇ ਬੈਠੇ ਕੋਈ ਇਨਸਾਨ ਵੀ ਨੇ ਤੇ ਅਸੀਂ ਇਹਨਾਂ ਦੀ ਗੱਲ ਵੀ ਸੁਣੀਏ। ਕੱਲ ਗਾਜ਼ੀਪੁਰ ਬਾਰਡਰ ਤੇ ਕਥਿਤ ਤੌਰ ਤੇ ਇੱਕ ਭਾਜਪਾ ਆਗੂ ਨੇ, ਉਹਨਾਂ ਦੇ ਸਾਥੀਆਂ ਨੇ ਨਾਅਰੇ ਲਾਉਂਦੇ ਹੋਏ ਹੱਲਾ ਬੋਲ ਦਿੱਤਾ ਉਸ ਫਲਾਈਓਵਰ ਦੇ ਉੱਪਰ ਜਿੱਥੇ ਕਿਸਾਨ ਇੰਨੇ 7 ਮਹੀਨੇ ਤੋਂ ਬੈਠੇ ਹੋਏ ਨੇ। ਔਰ ਰਕੇਸ਼ ਟਕੈਤ ਦਾ ਕਹਿਣਾ ਹੈ ਕਿ ਇਹ RSS ਦੇ ਗੁੰਡੇ ਸਨ, ਜਿਨ੍ਹਾਂ ਨੂੰ ਇੱਕ ਭਾਜਪਾ ਦੇ ਸਥਾਨਕ ਆਗੂ ਨੇ ਭੜਕਾ ਕੇ ਸਾਡੇ ਖਿਲਾਫ 2 ਭਾਈਚਾਰਿਆਂ ਨੂੰ ਆਪਸ ਵਿੱਚ ਲੜਾਉਣ ਦਾ ਯਤਨ ਕੀਤਾ। ਖਬਰ ਮੁਤਾਬਕ 5 ਕੋਈ ਕਿਸਾਨ ਜ਼ਖਮੀ ਵੀ ਹੋਏ ਨੇ, ਦੂਸਰੀ ਧਿਰ ਦੇ ਲੋਕ ਵੀ ਸ਼ਾਇਦ ਜ਼ਖਮੀ ਹੋਏ ਨੇ। ਜਾਂਚ ਚੱਲ ਪਈ ਹੈ ਤੇ ਜਾਂਚ ਕਿੰਨੀ ਕੁ ਸੱਚੀ ਚੱਲਦੀ ਹੈ ਇਸ ਗੱਲ ਦਾ ਤੇ ਹੁਣ ਬਾਅਦ ਵਿੱਚ ਪਤਾ ਲੱਗੇਗਾ ਨਾ, ਤੇ ਕਿਹੜੀ ਸਰਕਾਰ ਦੀ ਜਾਂਚ ਹੈ। ਅਸਲ ਵਿੱਚ ਦਿੱਲੀ ਨੂੰ ਜਿਹੜੇ 2 ਸੂਬਿਆਂ ਦੀਆਂ ਸਰਹੱਦਾਂ ਨੇ ਘੇਰਿਆ ਹੋਇਆ ਹੈ, ਯੂਪੀ ਤੇ ਹਰਿਆਣਾ, ਦੋਨਾਂ ਦੇ ਵਿੱਚ ਭਾਜਪਾ ਦੀ ਸਰਕਾਰ ਹੈ।
ਦਿੱਲੀ ਦੇ ਵਿੱਚ ਜਿਹੜੀ ਪੁਲਿਸ ਹੈ ਉਹ ਭਾਵੇਂ ਉੱਥੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਹੈ, ਉਹ ਅੰਦਰ ਖਾਤੇ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਵੀ ਹੋਣ ਤੇ ਦਿੱਲੀ ਦੀ ਪੁਲਿਸ ਉਹਨਾਂ ਦੇ ਵੱਸ ਵਿੱਚ ਨਹੀਂ ਹੈ ਜੀ। ਅੱਜ ਤੱਕ ਦਿੱਲੀ ਪੁਲਿਸ ਤੇ ਹਰਿਆਣਾ ਪੁਲਿਸ ਦੀ ਕਾਰਜਕਾਰੀ ਜਿਹੜੀ ਹੈ ਬਹੁਤ ਸ਼ੱਕੀ ਰਹੀ ਹੈ। ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੇ ਫੈਸਲੇ ਨਹੀਂ ਲੈ ਗਏ ਜਾਂ ਇਸ ਤਰ੍ਹਾਂ ਜਾਂਚ ਕਿਸੇ ਕੇਸ ਦੀ ਜਾਂ ਕਿਸੇ ਘਟਨਾ ਦੀ ਨਹੀਂ ਕੀਤੀ ਗਈ ਜਿਸ ਤੋਂ ਕੋਈ ਉਹਨਾਂ ਦੇ ਬਾਰੇ ਇਹ ਕਹਿ ਸਕੇ ਕਿ ਨਿਰਪੱਖ ਹੋ ਕੇ ਉਹਨਾਂ ਨੇ ਜਾਂਚ ਕੀਤੀ ਹੈ ਜੀ। ਸੋ ਉਹਨਾਂ ਨੇ ਇੱਕ ਪਾਸੜ ਜਾਂਚ ਜਿਹੜੀ ਹੈ ਸਾਹਮਣੇ ਆਈ ਹੈ, ਕਈ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਮਾਮਲੇ ਦੇ ਵਿੱਚ ਤੇ ਕਈ ਹੋਰ ਗੱਲਾਂ ਦੇ ਵਿੱਚ ਵੀ ਉਹਨਾਂ ਦੇ ਬਾਰੇ ਇਹ ਗੱਲ ਆਮ ਲੋਕ ਕਰਦੇ ਨੇ ਕਿ ਉਹਨਾਂ ਨੇ ਨਿਰਪੱਖ ਜਾਂਚ ਨਹੀਂ ਕੀਤੀ ਜੀ। ਦਿੱਲੀ ਪੁਲਿਸ ਨੇ ਲਾਲ ਕਿਲ੍ਹਾ ਹਿੰਸਾ ਦਾ ਮਸਲਾ ਹੋਵੇ ਜਾਂ ਕੋਈ ਹੋਰ ਹੋਵੇ, ਦਿੱਲੀ ਪੁਲਿਸ ਤੇ ਵੀ ਇਸੇ ਤਰ੍ਹਾਂ ਦੇ ਇਲਜ਼ਾਮ ਨੇ। ਹੁਣ ਕਿਸਾਨ ਉੱਥੇ ਬੈਠੇ ਹੋਏ ਨੇ, ਰਕੇਸ਼ ਟਕੈਤ ਜਿਹੜੇ ਨੇ ਉਹਨਾਂ ਦੇ ਕੁਝ ਹੋਰ ਪੱਖ ਨਿਕਲ ਕੇ ਹੌਲੀ ਹੌਲੀ ਸਾਹਮਣੇ ਆ ਰਹੇ ਨੇ ਜੀ। ਇੱਕ ਤੇ ਸਾਰਿਆਂ ਨੂੰ ਪਤਾ ਹੈ ਕਿ ਰਾਜਨੀਤੀ ਵਿੱਚ ਉਹਨਾਂ ਨੇ ਆਉਣ ਦੀ ਕਦੇ ਕੋਸ਼ਿਸ਼ ਕੀਤੀ ਸੀ ਤੇ ਰਾਜਨੀਤਿਕ ਤੌਰ ਤੇ ਵੀ ਸਰਗਰਮ ਹੋਣ ਦੀ ਚਾਹਤ ਰੱਖਦੇ ਨੇ। ਬਿਲਕੁਲ, ਇਹ ਗੱਲ ਤਾਂ ਸਾਡੇ ਆਗੂਆਂ ਬਾਰੇ ਵੀ ਕਈਆਂ ਵਾਰੀ ਆਖੀ ਜਾ ਸਕਦੀ ਹੈ। ਖੈਰ, ਚਾਹਤ ਰੱਖਣੀ ਕੋਈ ਮਾੜੀ ਗੱਲ ਨਹੀਂ, ਕੋਈ ਗੁਨਾਹ ਨਹੀਂ ਹੈ ਜੀ। ਪਰ ਰਕੇਸ਼ ਟਕੈਤ ਜਿਸ ਤਰੀਕੇ ਨਾਲ ਆਮ ਤੌਰ ਤੇ ਨੈਸ਼ਨਲ ਮੀਡੀਆ ਵਾਲੇ ਜਾਂ ਜਿਸ ਨੂੰ ਅਸੀਂ ਦੂਸਰੇ ਗਰੁੱਪ ਵਾਲੇ ਕਹਿ ਦਿੰਦੇ, ਹੁਣ ਨਾਮ ਨਾ ਲਈਏ, ਉਹ ਕਈ ਵਾਰੀ ਉਹਨਾਂ ਨੂੰ ਪੁੱਛ ਲੈਂਦੇ ਨੇ, ਬਿਠਾ ਲੈਂਦੇ ਨੇ, ਤਾਂ ਫਿਰ ਇਹ ਜਿਹੜੇ ਜਵਾਬ ਉਹਨਾਂ ਨੂੰ ਰਕੇਸ਼ ਟਕੈਤ ਤੋਂ ਸੁਣਨੇ ਪੈਂਦੇ ਨੇ ਉਹ ਆਮ ਤੌਰ ਤੇ ਵੇਖੇ ਸੁਣੇ ਨਹੀਂ ਪਹਿਲਾਂ। ਜਿਸ ਠਰਮੇ ਨਾਲ, ਜਿਸ ਠਹਿਰਾਅ ਨਾਲ ਤੇ ਜਿਸ ਸਪੀਡ ਦੇ ਨਾਲ ਇਹ ਸਾਰੀ ਚੀਜ਼ਾਂ ਦਾ ਬੜਾ ਅਜੀਬ ਜਿਹਾ ਸੁਮੇਲ ਹੈ, ਉਹ ਜਵਾਬ ਦਿੰਦੇ ਨੇ, ਉਹ ਦੇਖਣੇ ਤੇ ਸੁਣਨੇ ਹੀ ਬਣਦੇ ਆ। ਉਹਨਾਂ ਨੂੰ ਇੱਕ ਦਿਨ ਕਿਸੇ ਨੇ ਪੁੱਛਿਆ ਵੀ ਤੁਸੀਂ ਕਹਿੰਦੇ ਸੀ ਛੇਤੀ ਹੱਲ ਨਿਕਲ ਆਵੇਗਾ, ਉਹਨਾਂ ਨੇ ਕਿਹਾ ਨਹੀਂ, ਇਹਨਾਂ ਨੂੰ ਬੰਗਾਲ ਦੇ ਵਿੱਚ ਇੱਕ ਅਸੀਂ ਦਵਾਈ ਦਿੱਤੀ ਸੀ, ਉਹ ਇਹਨਾਂ ਨੂੰ ਠੀਕ ਫਿੱਟ ਬੈਠ ਰਹੀ ਸਰਕਾਰ ਨੂੰ। ਉਹੀ ਦਵਾਈ ਜਿਹੜੀ ਆ ਥੋੜੀ ਜਿਹੀ ਅਸੀਂ ਯੂਪੀ ਵਿੱਚ ਦਿੱਤੀ ਹੈ ਤੇ ਉਹਦਾ ਵੀ ਅਸਰ ਹੋਇਆ ਤੇ ਪੰਚਾਇਤ ਚੋਣਾਂ ਹਾਰ ਗਏ ਨੇ। ਤੇ ਹੁਣ ਉਹ ਦਵਾਈ ਕਹਿੰਦੇ ਵੀ ਇਹਨਾਂ ਨੂੰ ਉਸੇ ਤਰ੍ਹਾਂ ਦੀ ਦਵਾਈ ਜਿਹੜੀ ਆ ਅਸੀਂ ਬਾਕੀ ਸੂਬਿਆਂ ਦੇ ਵਿੱਚ ਵੀ ਦੇਣੀ ਹੈ ਤੇ ਯੂਪੀ ਦੇ ਵਿੱਚ ਵੱਡੀ ਦਵਾਈ ਮਿਲਣੀ ਹੈ, ਪੰਜਾਬ ਵਿੱਚ ਵੀ ਵੋਟਾਂ ਨੇ ਤੇ ਹਰਿਆਣੇ ਵਿੱਚ ਵੀ ਕੁਝ ਨਾ ਕੁਝ ਹੋਵੇਗਾ ਤੇ ਇਹਨਾਂ ਨੂੰ ਅਸੀਂ ਹਿਲਾ ਕੇ ਰੱਖ ਦੇਵਾਂਗੇ ਤੇ ਇਹ ਦਵਾਈ ਦਾ ਕੋਰਸ ਅਜੇ 3 ਸਾਲ ਚੱਲੇਗਾ। ਉਹਨਾਂ ਦਾ ਇਸ਼ਾਰਾ ਜਿਹੜਾ ਸੀ ਕੇਂਦਰ ਸਰਕਾਰ ਵੱਲ ਸੀ, ਜਿੰਨਾ ਚਿਰ ਹੈਗੇ ਨੇ। ਫਿਰ ਉਹਨਾਂ ਨੇ ਕਿਹਾ ਕਿ ਸਾਡੇ ਕਿਸਾਨਾਂ ਦੇ ਟਰੈਕਟਰਾਂ ਨੂੰ ਦਿੱਲੀ ਦਾ ਰਸਤਾ ਨਾ ਭੁੱਲ ਜਾਵੇ, ਇਹ ਵੀ ਗੱਲ ਉਹਨਾਂ ਨੇ ਪਿੱਛੇ ਜੇ ਕੀਤੀ ਸੀ। ਤੇ ਹੁਣ ਉਹਨਾਂ ਨੇ ਆਖਿਆ ਕਿ ਰਸ਼ੀਅਨ ਟਰੈਕਟਰ ਜਿਹੜੇ ਨੇ ਪੁਰਾਣੇ ਮਾਡਲ ਦੇ ਉਹ ਲਿਆ ਕੇ ਤੇ ਦਿੱਲੀ ਦੀਆਂ ਸੜਕਾਂ ਦੇ ਵਿੱਚ ਅਸੀਂ ਵਾੜ ਦੇਣੇ ਨੇ। ਇਹ ਕਹਿਣ ਤੋਂ ਭਾਵ ਤਾਂ ਮੈਨੂੰ ਤਾਂ ਸਮਝ ਨਹੀਂ ਆਇਆ ਵੈਸੇ, ਪਰ ਜਿਸ ਤਰ੍ਹਾਂ ਦੀ ਉਹ ਇੱਕ ਸਰਕੈਸਟਿਕਲੀ ਗੱਲ ਕਰਦੇ ਨੇ ਉਹ ਤੋਂ ਮੈਂ ਅੰਦਾਜ਼ਾ ਇਹ ਲਾ ਸਕਦਾ ਕਿ ਹੋ ਸਕਦਾ ਹੈ ਕਿ ਉਹ ਹੁਣ ਖੜੇ ਨੇ ਵਿਚਾਰੇ, ਉਹ ਕੰਮ ਦੇ ਹੈ ਨਹੀਂ ਤੇ ਲਿਆ ਕੇ ਉਹਨੂੰ ਦਿੱਲੀ 'ਚ ਤੇ ਖੜੇ ਕਰਦੇ ਨੇ। ਦਿੰਦੇ ਵੈਸੇ ਚੇਤਾਵਨੀਆਂ ਹੀ ਨੇ ਜੀ, ਬਿਲਕੁਲ ਚੇਤਾਵਨੀਆਂ ਨੇ, ਔਰ ਉਹਨਾਂ ਨੇ ਬੜੇ ਤਰੀਕੇ ਨਾਲ ਹੈਂਡਲ ਕੀਤਾ ਹੋਇਆ। ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨਾਲ ਤਾਲਮੇਲ ਆਪਣੀ ਕਿਸਮ ਦਾ ਰੱਖਿਆ ਹੋਇਆ, ਪਰ ਉਹਨਾਂ ਦੀ ਸਥਿਤੀ ਵੱਖਰੀ ਹੈ। ਇੱਥੇ 31-32 ਜਥੇਬੰਦੀਆਂ ਨੇ, ਹਰਿਆਣੇ ਵਾਲੇ ਨੇ, ਸਾਡੇ ਪੰਜਾਬ ਵਾਲੇ ਨੇ। ਖੈਰ, ਇਕਜੁੱਟਤਾ ਤੇ ਇਹਨਾਂ ਵਿੱਚ ਵੀ ਹੈ, ਪਰ ਕਿਤੇ ਕਿਤੇ ਕੋਈ ਨਾ ਕੋਈ ਗੱਲ ਜਿਹੜੀ ਹੈ ਬਖਰੇਵੇਂ ਵਾਲੀ ਮਾੜੀ ਮੋਟੀ ਕਿਤੇ ਨਾ ਕਿਤੇ ਉਹ ਮਿਲ ਜਾਂਦੀ ਹੈ। ਵਿਚਾਰਕ ਬਖਰੇਵੇਂ ਤੇ ਹੋ ਜਾਂਦੇ ਨੇ। ਪਰ ਰਕੇਸ਼ ਟਕੈਤ ਦੇ ਬਾਰੇ ਕਿ ਇੱਕੋ ਯੋਧਾ ਹੈ ਜਿਹਨੇ ਸਾਰਿਆਂ ਨੂੰ ਯੂਪੀ ਦੇ ਉਸ ਖਾਸ ਖਿੱਤੇ ਨੂੰ ਬੰਨ ਕੇ ਰੱਖਿਆ ਹੋਇਆ ਤੇ ਉਹਦੇ ਨੂੰ ਲੈ ਕੇ ਗਾਜ਼ੀਪੁਰ ਬੈਠਾ ਹੈ ਤੇ ਮਨਲੋਲ ਲਾਲ ਖੱਟਰ ਦੀਆਂ ਧਮਕੀਆਂ ਤੋਂ ਡਰਨ ਵਾਲਾ ਰਕੇਸ਼ ਟਕੈਤ ਲੱਗਦਾ ਨਹੀਂ। ਜਿਹੜੀਆਂ 1-2 ਦਿਨ ਪਹਿਲਾਂ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ ਕਿ ਸਾਨੂੰ ਲੱਗਦਾ ਹੈ ਕਿ ਉਹ ਹੁਣ ਹੋਰ ਕਿਸਮ ਦੇ ਬਿਆਨ ਜਿਹੜੇ ਨੇ ਬੱਕਲ ਉਧੇੜ ਦੇਣਗੇ ਜਾਂ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਖੋਲ ਦੇਣਗੇ, ਰਕੇਸ਼ ਟਕੈਤ ਨੇ ਕੀਤੀਆਂ ਨੇ। ਉਹ ਨਵੇਂ ਡਾਇਲੌਗ ਜਿਹੜੇ ਨੇ ਲੈ ਕੇ ਆਉਂਦੇ ਨੇ। ਕਿਸਾਨ ਡਟੇ ਹੋਏ ਨੇ, ਕਿਸਾਨ ਇਸ ਵੇਲੇ ਪੰਜਾਬ ਦੇ ਵਿੱਚ ਬਿਜ਼ੀ ਹੋ ਗਏ ਨੇ। ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਖਿਲਾਫ ਹੋਏ ਸਨ, ਉਹ ਹੁਣ ਬਿਜਲੀ ਦੇ ਮੰਗਾਂ ਨੂੰ ਲੈ ਕੇ, ਜਿਵੇਂ ਅਸੀਂ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਗੱਲ ਕੀਤੀ ਹੈ, ਉਹ ਪੰਜਾਬ 'ਚ ਆ ਕੇ ਬਹਿ ਗਏ ਨੇ ਵਿਚਾਰੇ। ਹੁਣ ਇਹ ਇਕੱਲੀ ਜਿੰਦ ਨੂੰ 100 ਸਿਆਪੇ ਵਾਲੀ ਗੱਲ ਹੈ ਕਿ ਕਿਹੜੇ ਮੁੱਦਿਆਂ ਤੇ ਉਹ ਗੱਲ ਕਰਨਗੇ। ਵਿੱਚੇ ਇਲੈਕਸ਼ਨਾਂ ਆ ਰਹੀਆਂ ਨੇ, ਪਰ ਇਲੈਕਸ਼ਨਾਂ ਦੇ ਮੁੱਦਿਆਂ ਤੇ ਹੁਣ ਕਿਸਾਨ ਜਿਹੜੇ ਨੇ ਉਹਨਾਂ ਨੂੰ ਕੋਈ ਠੋਸ ਫੈਸਲੇ ਲੈਣੇ ਪੈਣਗੇ ਕਿ ਅਸੀਂ ਕਿਹਦਾ ਸਾਥ ਦੇਣਾ ਤੇ ਕਿਹਦਾ ਸਾਥ ਨਹੀਂ ਦੇਣਾ। ਬੰਗਾਲ ਦੇ ਵਿੱਚ ਤੇ ਜਾ ਕੇ ਕਹਿ ਦਿੱਤਾ ਕਿ ਅਸੀਂ ਭਾਜਪਾ ਨੂੰ ਵੋਟ ਨਾ ਪਾਇਓ, ਹੋਰ ਜਿਹਨੂੰ ਮਰਜ਼ੀ ਪਾ ਦਿਓ। ਇਕਜੁੱਟਤਾ ਤਾਂ ਹੁਣ ਪਰਖੀ ਜਾਵੇਗੀ ਕਿ ਕੀ ਅਸੀਂ ਉੱਥੇ ਹੀ ਸੰਯੁਕਤ ਕਿਸਾਨ ਮੋਰਚਾ ਜਾਂ ਸੰਯੁਕਤ ਹੋਣਾ ਕਿ ਪੰਜਾਬ ਵਿੱਚ ਆ ਕੇ ਅਸੀਂ ਉਹੀ ਅਕਾਲੀ, ਕਾਂਗਰਸੀ ਜਾਂ ਭਾਜਪਾ ਜਾਂ ਆਮ ਆਦਮੀ ਪਾਰਟੀ ਵਾਲੇ ਆ ਜੀ, ਉੱਥੇ ਅਸੀਂ ਕੀ ਆ। ਹੁਣ ਪੰਜਾਬ ਵਿੱਚ ਕੀ ਆ, ਕੀ ਉਹੀ ਭਾਈਚਾਰੇ ਵਾਲਾ ਸਿਸਟਮ ਅਸੀਂ ਲੈ ਕੇ ਅੱਗੇ ਜਾਣਾ ਜਾਂ ਕੋਈ ਨਵੀਂ ਚੀਜ਼ ਵੀ ਅਸੀਂ ਪੇਸ਼ ਕਰਾਂਗੇ ਜੀ। ਇਹ ਦੇਖਿਆ ਇਹਨੂੰ ਸਮਾਂ ਲੱਗੇਗਾ। ਅਜੇ ਕਿਸਾਨ ਅੰਦੋਲਨ ਸੜਕਾਂ ਤੇ ਬਹੁਤ ਔਖਾ ਸਮਾਂ ਕਿਸਾਨ ਬਤੀਤ ਕਰ ਰਿਹਾ। ਸਲਾਮ ਹੈ, ਸਲੂਟ ਹੈ ਉਹਨਾਂ ਨੂੰ। ਕਿਸਾਨ ਤੇ ਔਖੇ ਨੇ, ਪਰ ਖੱਟਰ ਨੇ ਕੱਲ ਬੜਾ ਸ਼ਰਮਨਾਕ ਬਿਆਨ ਦਿੱਤਾ ਹੈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਖੱਟਰ ਨੇ ਬਹੁਤ ਸਾਰੇ ਬਿਆਨ ਦਿੱਤੇ ਨੇ। ਖੱਟਰ ਸਾਹਿਬ ਬਿਆਨ ਇਸ ਤਰ੍ਹਾਂ ਦੇ ਦੇਣ ਦੇ ਮਾਹਰ ਨੇ। ਤੁਸੀਂ ਦੇਖੋ, ਜਿਹੜਾ 26 ਨਵੰਬਰ ਨੂੰ ਗੱਲ ਹੋਈ ਸੀ, ਹੁਣ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਦੀਆਂ ਘਟਨਾਵਾਂ, 2-4 ਘਟਨਾਵਾਂ ਉਹ ਗਣਾਉਂਦੇ ਨੇ। ਟਿਕਰੀ ਤੇ ਇਸ ਤਰ੍ਹਾਂ ਹੋਈ ਹੈ, ਜਿੰਦਾ ਵਿਅਕਤੀ ਨੂੰ ਅੱਗ ਲਾਤੀ, ਬਲਾਤਕਾਰ ਦੀ ਘਟਨਾ ਹੋਈ ਹੈ, ਫਲਾਂ ਜਗ੍ਹਾ ਤੇ ਆ ਹੋਇਆ। ਠੀਕ ਹੈ, ਘਟਨਾਵਾਂ ਕਿੱਥੇ ਨਹੀਂ ਹੁੰਦੀਆਂ,
ਕੀ ਉਹਨਾਂ ਨੂੰ ਭੁੱਲ ਗਿਆ ਕਿ ਅੱਜ ਤੋਂ ਕੋਈ ਸਾਲ ਪਹਿਲਾਂ ਦਿੱਲੀ ਨੂੰ ਰੇਪ ਕੈਪੀਟਲ ਆਖਿਆ ਜਾਂਦਾ ਸੀ? ਬਿਲਕੁਲ। ਤੇ ਇਹਨਾਂ ਦੇ ਰਾਜ ਦੇ ਵਿੱਚ ਜਾਟ ਅੰਦੋਲਨ ਹੋਇਆ ਤੇ ਉੱਥੇ ਕੀ ਨਹੀਂ ਹੋਇਆ? ਚੇਤਾ ਨਹੀਂ ਮਨੋਹਰ ਲਾਲ ਖੱਟਰ ਜੀ ਨੂੰ? ਪੰਚਕੂਲਾ ਦੇ ਵਿੱਚ ਭਾਵੇਂ ਸਿਰਸੇ ਵਾਲਾ ਸਾਧ ਲੱਖ ਦੋਸ਼ੀ ਸੀ, ਝੂਠੇ ਸੱਚੇ ਸੌਦੇ ਵਾਲਾ, ਤੇ ਉਸ ਵਿਅਕਤੀ ਨੂੰ ਜਦੋਂ ਸਜ਼ਾ ਸੁਣਾਉਣੀ ਸੀ, ਜਿਹੜੇ ਉਹਦੇ ਸਮਰਥਕ ਆਏ ਹੋਏ ਸੀ ਉਹ ਗੋਲੀਆਂ ਚਲਾ ਕੇ 35-40 ਬੰਦੇ ਮਾਰ ਦਿੱਤੇ। ਕੋਈ ਜਾਂਚ ਚੱਲ ਰਹੀ ਹੈ ਉਸਦੀ? ਉਦੋਂ ਕਿੱਥੇ ਸੀ? ਤੁਸੀਂ? ਇਹ ਤੁਸੀਂ ਇਸ ਤਰ੍ਹਾਂ ਦੇ ਕੰਮ ਕੀਤੇ ਨੇ ਪਹਿਲਾਂ। ਤੁਸੀਂ ਜੇ ਇੰਨੀ ਸਖਤੀ ਵਰਤਣ ਵਾਲੇ 100 ਪੰਚਕੂਲਾ ਦੇ ਵਿੱਚ ਜਿਵੇਂ ਤੁਸੀਂ ਸਖਤੀ ਵਰਤੀ ਹੈ ਤੇ ਅੱਜ ਤੱਕ ਉਹਦੀ ਜਾਂਚ ਵੀ ਨਹੀਂ ਹੋ ਰਹੀ, ਤੁਸੀਂ ਜਾਟ ਅੰਦੋਲਨ ਨੂੰ ਕਿਉਂ ਨਹੀਂ ਰੋਕਿਆ? ਕੀ ਨਹੀਂ ਹੋਇਆ ਉੱਥੇ? ਤੇ ਇਸ ਸ਼ਾਂਤਮਈ ਕਿਸਾਨ ਅੰਦੋਲਨ ਨੂੰ ਤੁਸੀਂ ਇੱਕਾ ਦੁੱਕਾ ਘਟਨਾਵਾਂ ਕਰਕੇ ਤੁਸੀਂ ਇਸ ਨੂੰ ਬਦਨਾਮ ਕਰ ਰਹੇ ਹੋ। ਇਹ ਤਾਂ ਸਿਰਫ ਬਦਨਾਮੀ ਕਰਨ ਵਾਲੀ ਗੱਲ ਹੈ। ਯਾਦ ਕਰੋ 26 ਨਵੰਬਰ ਜਦੋਂ ਮਨੋਹਰ ਲਾਲ ਖੱਟਰ ਨੇ ਕਿਹਾ ਸੀ ਨਹੀਂ ਦਿੱਲੀ ਜਾਣਾ ਠੀਕ ਨਹੀਂ, ਕਿਸਾਨਾਂ ਦਾ ਕੂਚ ਕਰਨਾ ਠੀਕ ਨਹੀਂ, ਉਹਨਾਂ ਦਾ ਹੱਕ ਨਹੀਂ। ਉਹ ਲੋਕਤੰਤਰਿਕ ਹੱਕ ਸੀ ਤੇ ਤੁਸੀਂ ਉਹਨੂੰ ਕਿਉਂ ਰੋਕਿਆ? ਤੇ ਹੁਣ ਬਹਿ ਗਏ ਤੇ ਹੁਣ ਦੇਖੋ ਕੀ ਹੋ ਰਿਹਾ। ਹੁਣ ਉਹ ਲੋਕਤੰਤਰਿਕ ਹੱਕਾਂ ਦੀ ਗੱਲ ਕਰਦੇ ਨੇ, ਦੇਖੋ ਜੀ ਉਲੰਘਣ ਹੋ ਰਿਹਾ, ਕਿਸਾਨ ਨਹੀਂ ਹੈ। ਇਹ ਬੜੀ ਇੱਕ ਅਜੀਬ ਗੱਲ ਹੈ ਸਵਲੀਨ ਜੀ। ਇਹ ਵੀ ਆਖਿਆ ਜਾਂਦਾ ਹੈ ਕਿ ਵਿਦੇਸ਼ੀ ਤਾਕਤਾਂ ਇਹਨਾਂ ਦੇ ਪਿੱਛੇ ਨੇ। ਹੁਣ ਦੇਖੋ, ਜਦੋਂ ਕੋਈ ਹੱਕਾਂ ਦੀ ਗੱਲ ਕਰੇ, ਲੋਕਤੰਤਰਿਕ ਤੌਰ ਤਰੀਕਿਆਂ ਨਾਲ ਕੋਈ ਧਰਨਾ ਲਾਉਂਦਾ ਹੈ, ਕੋਈ ਮੁਜ਼ਾਹਰਾ ਕਰਦਾ ਹੈ, ਤੇ ਉਦੋਂ ਤੇ ਵਿਦੇਸ਼ੀ ਤਾਕਤਾਂ, ਤੇ ਜਦੋਂ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਦੇਖੋ ਜੀ ਅਸੀਂ ਫਲਾਨੀ ਬਾਹਰਲੀ ਕੰਪਨੀ ਦੀ ਇਨਵੈਸਟਮੈਂਟ ਲੈ ਕੇ ਆ ਰਹੇ, ਜਦੋਂ ਵਿਦੇਸ਼ੀ ਨਿਵੇਸ਼ ਆਉਂਦਾ ਤੇ ਉਦੋਂ ਸਰਕਾਰਾਂ ਦੀ ਬੱਲੇ ਬੱਲੇ। ਇਹ ਸਾਨੂੰ ਸੋਚਣਾ ਪਏਗਾ। ਮਨੋਹਰ ਲਾਲ ਖੱਟਰ ਜੀ ਠੀਕ ਹੈ, ਉਹ ਮੁੱਖ ਮੰਤਰੀ ਦੂਜੀ ਵਾਰੀ ਬਣ ਗਏ ਨੇ ਔਰ ਉਹਨਾਂ ਨੂੰ ਹਮਾਇਤ ਹੈ ਦੂਸਰੀ ਪਾਰਟੀ ਦੀ ਤੇ ਮਿਨੋਰਟੀ ਸਰਕਾਰ ਹੈ, ਪਰ ਇਸ ਵੇਲੇ ਉਹ ਇਸ ਕਰਕੇ ਬਿਆਨ ਇਦਾਂ ਦੇ ਦੇ ਰਹੇ ਨੇ ਕਿ ਉਹ ਜਿੱਥੇ ਵੀ ਜਾਂਦੇ ਨੇ, ਚਾਹੇ ਉਹ ਕਿਸੇ ਵਿਆਹ ਤੇ ਜਾਣ, ਕਿਸੇ ਉਦਘਾਟਨ ਤੇ ਜਾਣ, ਕਿਤੇ ਬੁੱਤ ਦਾ ਉਦਘਾਟਨ ਕਰਨ, ਉੱਥੇ ਹੀ ਉਹਨਾਂ ਦੀ ਵਿਰੋਧਤਾ ਹੋ ਰਹੀ ਹੈ। ਕੋਈ ਜਗ੍ਹਾ ਬਚਦੀ ਨਹੀਂ ਜਿੱਥੇ ਉਹਨਾਂ ਦੀ ਵਿਰੋਧਤਾ ਨਾ ਹੋਵੇ, ਕਿਉਂਕਿ ਸਿਆਸਤਦਾਨ ਤੇ ਵੈਸੇ ਦੋਗਲੀ ਰਾਜਨੀਤੀ ਦੇ ਪੁਜਾਰੀ ਹੁੰਦੇ ਨੇ ਜੀ। ਅਗਲੇ ਮੁੱਦੇ ਦੀ ਗੱਲ ਕਰਦੇ ਹਾਂ, ਗ੍ਰੀਨ ਪਾਸਪੋਰਟ ਤੇ ਰਾਜਨੀਤੀ ਇਸ ਵੇਲੇ ਕਿਉਂ ਇੰਨੀ ਗਰਮਾਈ ਹੋਈ ਹੈ? ਗ੍ਰੀਨ ਪਾਸਪੋਰਟ ਅਸਲ ਵਿੱਚ ਯੂਰਪੀਅਨ ਯੂਨੀਅਨ ਗ੍ਰੀਨ ਪਾਸਪੋਰਟ ਕਹਿ ਲਓ ਜਾਂ ਗ੍ਰੀਨ ਪਾਸ ਕਹਿ ਲਓ ਜਾਂ ਇਲੈਕਟ੍ਰੋਨਿਕ ਪਾਸ ਹੈ, ਜੋ ਤੁਹਾਡਾ ਵੈਕਸੀਨੇਸ਼ਨ ਦਾ ਪਾਸਪੋਰਟ ਹੋਵੇਗਾ। ਉਹ ਇੱਕ ਸਰਟੀਫਿਕੇਟ, ਤੁਹਾਡਾ ਈ ਸਰਟੀਫਿਕੇਟ ਹੋਵੇਗਾ ਜਿਸ ਤੇ ਲਿਖਿਆ ਗਿਆ ਹੋਵੇਗਾ ਕਿ ਇਸ ਵਿਅਕਤੀ ਨੂੰ ਆਹ ਟੀਕੇ ਜਿਹੜੀਆਂ ਨੇ ਉਹਦੀਆਂ 2 ਡੋਜ਼ਾਂ ਲੱਗ ਚੁੱਕੀਆਂ ਨੇ, ਤੇ ਉਹ ਵਿਅਕਤੀ ਯੂਰਪੀਅਨ ਯੂਨੀਅਨ ਵਿੱਚ ਘੁੰਮਣ ਫਿਰਨ ਲਈ ਆਜ਼ਾਦ ਹੋਵੇਗਾ। ਜੀ, ਹੈਰਾਨੀਜਨਕ ਗੱਲ ਇਹ ਹੈ, ਪਹਿਲਾਂ ਵੀ ਦੱਸਿਆ ਸੀ ਅਸੀਂ, ਉਸ ਵਿੱਚ ਕੋਵਿਸ਼ੀਲਡ ਦਾ ਨਾਂ ਨਹੀਂ ਹੈ, ਜੋ ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਬਣਿਆ ਹੋਇਆ ਟੀਕਾ, ਤੇ ਉਹਨਾਂ ਨੇ ਉਸ ਨੂੰ ਬਾਹਰ ਰੱਖਿਆ। ਤੇ ਜਿਹੜਾ ਉਸੇ ਹੀ ਐਸਟਰਾਜ਼ੈਨੇਕਾ ਟੀਕੇ ਦਾ ਦੂਸਰਾ ਮਾਡਲ ਹੈ, ਜਿਹੜਾ ਯੂਰਪ ਦੇ ਵਿੱਚ ਜਾਂ ਕੋਰੀਆ ਦੇ ਵਿੱਚ ਬਣਿਆ, ਉਹ ਪ੍ਰਵਾਨਿਤ ਹੈ, ਉਹ ਠੀਕ ਹੈ। ਹੁਣ ਭਾਰਤ ਵਾਲਿਆਂ ਨੂੰ ਜਾਣਬੁੱਝ ਕੇ ਲਗਤ ਲੱਗੇ ਇਸ ਦੇ ਮੁੱਦੇ ਤੇ ਕੀਤਾ ਗਿਆ। ਪਰ ਖੁਸ਼ੀ ਦੀ ਖਬਰ ਹੈ ਕਿ ਪ੍ਰੋਗਰਾਮ ਅਸੀਂ ਰਿਕਾਰਡ ਕਰ ਰਹੇ ਹਾਂ, ਹੁਣੇ ਥੋੜੀ ਦੇਰ ਪਹਿਲਾਂ ਖਬਰ ਆਈ ਕਿ ਕੁਝ ਦੇਸ਼ਾਂ ਨੇ, ਯੂਰਪੀਅਨ ਯੂਨੀਅਨ ਨੇ ਕੋਵਿਸ਼ੀਲਡ ਨੂੰ ਮਾਨਤਾ ਦੇ ਦਿੱਤੀ ਹੈ। ਉਹ ਇਸ ਕਰਕੇ ਕਿ ਭਾਰਤ ਨੇ ਕੋਈ ਦਮਖਮ ਵਿਖਾਇਆ, ਸਰਕਾਰ ਨੇ ਸ਼ਿਕੰਜਾ ਕੱਸਿਆ ਕਿ ਤੁਸੀਂ ਫਿਰ ਜਿਹੜੇ ਪਾਸਪੋਰਟ ਚੁੱਕੀ ਫਿਰਦੇ ਹੋ ਜਾਂ ਗ੍ਰੀਨ ਪਾਸ ਚੁੱਕੀ ਫਿਰਦੇ ਹੋ, ਅਸੀਂ ਵੀ ਕਿਸੇ ਨੂੰ ਮਾਨਤਾ ਨਹੀਂ ਦੇਣੀ। ਪਰ ਭਾਰਤ ਵਾਲਿਆਂ ਤੇ ਇਹ ਗੱਲ ਸੀ ਕਿ ਸੀਰਮ ਇੰਸਟੀਚਿਊਟ ਵਾਲਿਆਂ ਤੇ ਯੂਰਪੀਅਨ ਯੂਨੀਅਨ ਦਾ ਇਹ ਕਹਿਣਾ ਸੀ ਕਿ ਇਹਨਾਂ ਨੇ ਅਪਲਾਈ ਹੀ ਨਹੀਂ ਕੀਤਾ ਸੀ ਉਸ ਦੇ ਵਿੱਚ, ਸੋ ਹੁਣ ਸ਼ਾਇਦ ਉਹਨਾਂ ਨੇ ਅਪਲਾਈ ਕਰ ਦਿੱਤਾ ਹੋਵੇਗਾ। ਪਰ ਦੂਸਰੇ ਪਾਸੇ ਭਾਰਤ ਵਾਲੇ ਦਬਾਅ ਪਾ ਰਹੇ ਸੀ ਕਿ ਕੋਵੈਕਸੀਨ ਨੂੰ ਵੀ ਸ਼ਾਮਲ ਕਰੋ। ਕੋਵੈਕਸੀਨ ਨੂੰ ਸ਼ਾਮਲ ਕਰਨਾ ਯੂਰਪੀਅਨ ਯੂਨੀਅਨ ਲਈ ਅਜੇ ਔਖਾ ਹੋਵੇਗਾ। ਕੋਵੈਕਸੀਨ ਤੇ ਭਾਰਤ ਵਾਸੀਆਂ ਦਾ ਯਕੀਨ ਨਹੀਂ ਵੱਜਾ ਸਵਲੀਨ ਜੀ, ਬਿਲਕੁਲ। ਔਰ ਦੂਸਰੇ ਪਾਸੇ WHO ਨੇ ਇਹਨੂੰ ਪੂਰਨ ਤੌਰ ਤੇ ਮਾਨਤਾ ਨਹੀਂ ਦਿੱਤੀ ਕਿ ਕਿਸ ਦੇ ਕਲੀਨਿਕਲ ਟ੍ਰਾਇਲ ਪੂਰੇ ਮੁਕੰਮਲ ਹੋਏ ਜਾਂ ਨਹੀਂ ਹੋਏ। ਸੋ ਇਸ ਕਰਕੇ ਹੁਣ ਗ੍ਰੀਨ ਪਾਸ ਦੇ ਮੁੱਦੇ ਤੇ ਭਾਰਤ ਸਰਕਾਰ ਦੇ ਸਖਤ ਰਵੱਈਏ ਤੇ ਯੂਰਪੀਅਨ ਯੂਨੀਅਨ ਥੋੜਾ ਜਿਹਾ ਨਰਮ ਪਈ ਹੈ। ਉਮੀਦ ਕਰਦੇ ਹਾਂ ਕਿ ਕੋਈ ਸੁਚੱਜੇ ਜਿਹੜੇ ਲੋਕ ਨੇ ਉਹ ਅੱਗੇ ਆਉਣਗੇ ਤੇ ਚੰਗੇ ਸੁਹਿਰਦ ਦਿਮਾਗ ਦੇ ਨਾਲ ਤੇ ਦਿਲ ਦੇ ਨਾਲ ਕੋਈ ਚੰਗੇ ਫੈਸਲੇ ਲੈਣਗੇ ਜੀ। ਆਪਣੇ ਮਾਹਿਰ ਮਹਿਮਾਨ ਦੇ ਨਾਲ ਵਿਚਾਰਾਂ ਦੀ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਕਰਦੇ ਹਾਂ ਕਰੋਨਾ ਮਹਾਮਾਰੀ ਦੀ, ਤੇ ਇਸ ਵੇਲੇ ਭਾਰਤ ਦੇ ਕੀ ਹਾਲਾਤ ਨੇ? ਭਾਰਤ ਵਿੱਚ ਹਾਲਾਤ ਬਿਹਤਰ ਹੋ ਰਹੇ ਨੇ। ਕਰੋਨਾ ਦੇ ਕੇਸ ਲਗਾਤਾਰ ਘਟ ਰਹੇ ਨੇ, ਮੌਤਾਂ ਦੀ ਗਿਣਤੀ ਵੀ ਘਟੀ ਹੈ, ਹਾਲਾਤ ਸੁਖਾਵੇਂ ਹੋ ਰਹੇ ਨੇ ਤੇ ਲੋਕ ਥੋੜੇ ਸੌਖੇ ਹੋ ਰਹੇ ਨੇ। ਉਮੀਦ ਕਰਦੇ ਹਾਂ, ਦੁਆ ਕਰਦੇ ਹਾਂ ਕਿ ਰੋਜ਼ਗਾਰ ਦੇ ਹਾਲਾਤ ਵੀ ਸੁਧਰਨਗੇ। ਇਸ ਵੇਲੇ ਬਹੁਤ ਮੰਦੀ ਹਾਲਤ ਹੈ। ਹੁਣ ਤੇਲ ਦੀਆਂ ਤੇ ਆਪਣੇ ਤੇਲ, ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਨੇ ਇੱਕ ਝੂਮਰ ਕੱਢਿਆ ਹੋਇਆ, ਤੇ ਇਸ ਵਾਸਤੇ ਲੋਕਾਂ ਨੂੰ ਬਹੁਤ ਰਾਹਤ ਦੀ ਲੋੜ ਹੈ ਜੀ। ਰਾਹਤ ਲੋਕਾਂ ਨੂੰ ਹੋਰ ਵੀ ਤਰੀਕਿਆਂ ਦੀ ਲੋੜ ਹੈ, ਪਰ ਸਰਕਾਰ ਇਸ ਵਿੱਚ ਕੀ ਕਰ ਸਕਦੀ ਹੈ? ਮੱਧ ਪ੍ਰਦੇਸ਼ ਦੇ ਊਰਜਾ ਮੰਤਰੀ ਨੇ ਕੁਝ ਦਿਨ ਪਹਿਲਾਂ ਇੱਕ ਬਿਆਨ ਦਿੱਤਾ, ਕਿੱਡੀ ਕੁ ਗੱਲ ਹੈ ਪੈਟਰੋਲ ਡੀਜ਼ਲ, ਕਹਿੰਦਾ ਕੀ ਲੋੜ ਹੈ, ਇਹਨਾਂ ਰੌਲਾ ਨਾ ਪਾਓ।
ਸਬਜ਼ੀ ਲੈਣ ਜਾਂਦੇ ਹੋ ਮੰਡੀ ਨਹੀਂ ਜਾਂਦੇ ਨਹੀਂ ਤੁਸੀਂ, ਗੱਡੀ 'ਚ ਕਿਉਂ ਜਾਂਦੇ ਹੋ, ਮੋਟਰਸਾਈਕਲ ਤੇ ਕਿਉਂ ਜਾਂਦੇ ਹੋ, ਚੁੱਕੋ ਆਪ ਉਹ 6 ਗੱਡੀਆਂ ਤੇ ਆਇਆ ਸੀ ਇਹ ਗੱਲ ਕਹਿਣ ਜੀ। ਇਸ ਤਰ੍ਹਾਂ ਦੇ ਬਿਆਨ ਗੈਰ ਜ਼ਿੰਮੇਵਾਰਾਨਾ ਜਿਹੜੇ ਨੇ ਦਿੰਦੇ ਰਹਿੰਦੇ ਨੇ। ਬਿਲਕੁਲ ਲੋਕਾਂ ਨੂੰ ਫਿਊਲ ਕੰਜ਼ੰਪਸ਼ਨ ਵਾਸਤੇ, ਤੇਲ ਦੀ ਖਪਤ ਵਾਸਤੇ ਜਾਗਰੂਕ ਕਰਨਾ ਇੱਕ ਅਲੱਗ ਵਿਸ਼ਾ ਹੈ, ਤੇ ਇਸ ਤਰ੍ਹਾਂ ਝਿੜਕੇ ਮਾਰ ਕੇ ਤੇਲ ਤੋਂ, ਪੈਟਰੋਲ ਤੇ ਡੀਜ਼ਲ ਤੋਂ ਹਟਾਉਣਾ ਉਹ ਇੱਕ ਦੂਸਰਾ ਵਿਸ਼ਾ ਹੈ। ਬਿਲਕੁਲ ਇਗਨੋਰ। ਤੇ ਜੇ ਸਰਕਾਰ ਨੂੰ ਕੋਈ ਪੁੱਛੇ ਤੁਸੀਂ ਕਿੰਨੇ ਕੁ ਸੁਹਿਰਦ ਹੋ ਆਪਣੇ ਜਿਹੜਾ ਫਿਊਲ ਬਚਾਉਣ ਵਾਸਤੇ, ਜੇ ਤੁਹਾਨੂੰ ਪਤਾ ਹੈ ਕਿ ਟ੍ਰੇਨਾਂ ਜਿਹੜੀਆਂ ਨੇ ਸਸਤੀਆਂ ਪੈਂਦੀਆਂ ਨੇ, ਤੇ ਕਿਉਂ ਮਜ਼ਦੂਰ ਜਿਹੜੇ ਨੇ ਬਿਹਾਰ ਦੇ ਤੇ ਯੂਪੀ ਦੇ ਉਹ 3500 ਰੁਪਈਆ ਪਰ ਹੈਡ ਖਰਚ ਕੇ ਟਿਕਟਾਂ ਬੱਸਾਂ ਤੇ ਚੜ੍ਹ ਕੇ ਪੰਜਾਬ ਨੂੰ ਆ ਰਹੇ ਨੇ, ਤੁਸੀਂ ਟ੍ਰੇਨਾਂ ਕਿਉਂ ਨਹੀਂ ਚਲਾਉਂਦੇ? ਬਿਲਕੁਲ ਚਲਾਓ ਤੁਸੀਂ। ਕਰੋਨਾ ਹੁਣ ਘਟ ਗਿਆ, ਤੁਸੀਂ ਅੱਜ ਵੀ ਉਹਨਾਂ ਨੂੰ ਜਿਹੜਾ ਸਫ਼ਰ ਕਰਨ ਵਾਸਤੇ ਸਹੂਲਤ ਨਹੀਂ ਦੇ ਸਕਦੇ। ਕਿੰਨੇ ਕੁ ਦੀ ਟਿਕਟ ਹੁੰਦੀ ਹੈ ਟ੍ਰੇਨ ਦੀ? ਉਹਨਾਂ ਗਰੀਬਾਂ ਨੂੰ ਕਿਉਂ ਇੰਨੇ ਪੈਸੇ ਖਰਚਣੇ ਪੈ ਰਹੇ ਨੇ? ਹੋਰ ਲੱਖਾਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਨੇ। ਟਰਾਂਸਪੋਰਟੇਸ਼ਨ ਦੇ ਮਾਮਲੇ ਤੇ ਮਾੜੀਆਂ ਸੜਕਾਂ, ਨਾਕਸ ਪੁਰਾਣੀਆਂ ਰੂਟ ਜਿਹੜੇ ਨੇ, ਉਹਨਾਂ ਦੇ ਕਰਕੇ ਟਰਾਂਸਪੋਰਟੇਸ਼ਨ ਦੇ ਖਰਚੇ ਇੰਨੇ ਵੱਧ ਨੇ ਕਿ ਲੋਕਾਂ ਤੱਕ ਪਹੁੰਚਦੇ ਉਸ ਵਿੱਚ ਇੰਨੇ ਜ਼ਿਆਦਾ ਖਰਚੇ ਪੈ ਜਾਂਦੇ ਨੇ, ਜਿਸ ਵਿੱਚ ਫਿਊਲ ਦੇ ਖਰਚੇ ਬਹੁਤੇ ਹੁੰਦੇ ਨੇ ਟਰਾਂਸਪੋਰਟੇਸ਼ਨ ਦੇ, ਤੇ ਲੋਕਾਂ ਦੀ ਜੇਬ ਤੇ ਸਿੱਧਾ ਬੋਝ ਪੈਂਦਾ ਹੈ। ਤੇ ਪਰ ਮੰਤਰੀ ਦਾ ਇਸ ਤਰ੍ਹਾਂ ਦਾ ਸਲਾਹ ਦੇਣਾ ਮੈਨੂੰ ਸਮਝ ਨਹੀਂ ਆਉਂਦਾ। ਤੁਸੀਂ ਆਪ ਤੇ ਜਿਹੜਾ ਇਸ ਤਰ੍ਹਾਂ ਦੇ ਕੰਮ ਕਰਦੇ ਕੋਈ ਨਹੀਂ ਕਿ ਜਿਸ ਨਾਲ ਲੋਕਾਂ ਨੂੰ ਕੋਈ ਇਸ ਦਾ ਸੰਕੇਤ ਜਾਵੇ ਕਿ ਤੁਸੀਂ ਕੋਈ ਚੰਗਾ ਕੰਮ ਕੀਤਾ। ਖੈਰ ਅਸੀਂ ਛੱਡਦੇ ਹਾਂ ਹੁਣ ਪੈਟਰੋਲ ਡੀਜ਼ਲ ਦੀਆਂ। ਕਰੋਨਾ ਦੇ ਹਾਲਾਤ ਬਿਹਤਰ ਹੋ ਰਹੇ ਨੇ, ਪਰ ਕਰੋਨਾ ਤੋਂ ਲੋਕਾਂ ਨੂੰ ਥੋੜੀ ਜਿਹੀ ਰਾਹਤ ਚਾਹੀਦੀ ਸੀ, ਇਸ ਵਾਸਤੇ ਸਰਕਾਰ ਸੁੱਤੀ ਪਈ ਸੀ। ਇੱਕ ਜਿਹੜੇ ਇਸ ਤਰ੍ਹਾਂ ਦੇ ਕੋਈ ਕੁਦਰਤੀ ਆਫਤਾਂ ਆਉਂਦੀਆਂ, ਉਸ ਦੇ ਵਿੱਚ ਸਰਕਾਰ ਦੀ ਡੈਫੀਨੇਸ਼ਨ ਇਹ ਸੀ, ਸਰਕਾਰ ਨੇ ਸਮਝਿਆ ਹੋਇਆ ਕਿ ਭੁਚਾਲ ਜਾਂ ਹੜ੍ਹ ਜਾਂ ਸੋਕੇ ਦੀਆਂ ਵਰਗੀਆਂ ਜਿਹੜੀਆਂ ਕੁਦਰਤੀ ਆਫਤ ਆਉਂਦੀ ਹੈ, ਉਸ ਸਥਿਤੀ ਵਾਸਤੇ NDRF ਦਾ ਜਿਹੜਾ ਫੰਡ ਹੈ, ਉਹ ਜਿਹੜਾ ਅਸੀਂ ਲੋਕਾਂ ਨੂੰ, ਇਹ ਕਰੋਨਾ ਦੇ ਪੀੜਤ ਲੋਕਾਂ ਨੂੰ ਨਹੀਂ ਦੇ ਸਕਦੇ, ਕਿਉਂਕਿ ਇਹ ਕੈਟਾਗਰੀ ਹੋਰ ਹੈ ਤੇ ਉਹ ਕੈਟਾਗਰੀ ਹੋਰ ਸੀ। ਹੁਣ ਉਸ ਫੰਡ ਨੂੰ ਕਿਵੇਂ ਚਲਾਉਣਾ ਹੈ, ਕਿਵੇਂ ਵੰਡਣਾ ਹੈ, ਕਿਵੇਂ ਲੋਕਾਂ ਤੱਕ ਪਹੁੰਚਾਉਣਾ ਹੈ ਤੇ ਕਿੱਥੇ ਖਰਚਣਾ ਹੈ, ਉਸ ਦੀ ਜ਼ਿੰਮੇਵਾਰੀ ਸਾਰੀ ਪ੍ਰਧਾਨ ਮੰਤਰੀ ਜੀ ਨੇ ਆਪਣੇ ਕੋਲ ਰੱਖੀ ਹੋਈ ਹੈ। ਹੁਣ ਪ੍ਰਧਾਨ ਮੰਤਰੀ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦਾ ਵਰਤੋਂ ਜਿਹੜੀ ਹੈ ਕਿੱਥੇ ਹੋਣੀ ਚਾਹੀਦੀ ਹੈ। ਇੱਕ ਵਿਅਕਤੀ ਨੇ ਪਟੀਸ਼ਨ ਪਾਈ ਹੈ, ਬਾਂਸਲ ਨਾਂ ਦੇ ਇੱਕ ਵਿਅਕਤੀ ਨੇ, ਉਸਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਪੁੱਛਿਆ ਕਿ ਕਿਉਂ ਨਹੀਂ ਕਰੋਨਾ ਪੀੜਤਾਂ ਨੂੰ ਇਹ ਫੰਡ ਜਿਹੜੇ ਦਿੱਤੇ ਜਾਣ, ਜਿਨ੍ਹਾਂ ਨੇ ਰੋਜ਼ਗਾਰ ਗਵਾ ਲਿਆ, ਆਪਣੇ ਪਿਆਰੇ ਗਵਾ ਲਿਆ, ਜਿਨ੍ਹਾਂ ਦੇ ਬੱਚਿਆਂ ਦੇ ਮਾਂ-ਬਾਪ ਖੁਸ਼ ਗਏ, ਤੁਸੀਂ ਉਹਨਾਂ ਨੂੰ ਕਿਉਂ ਨਹੀਂ ਦੇ ਸਕਦੇ? ਤੇ ਸਰਕਾਰ ਨੇ ਹਲਫਨਾਮੇ ਦਾਇਰ ਕਰਨੇ ਸ਼ੁਰੂ ਕਰ ਦਿੱਤੇ। ਨਹੀਂ ਜੀ, ਉਹ ਕੈਟਾਗਰੀ ਹੋਰ ਹੈ, ਇਹ ਹੋਰ ਹੈ, ਕਾਗਜ਼ ਤੇ ਨਹੀਂ ਲਿਖਿਆ ਤੇ ਉਹਨਾਂ ਨੇ ਕਾਗਜ਼ ਵੀ ਕੱਢ ਕੇ ਮੂਹਰੇ ਰੱਖਦਾ, ਦੇਖੋ ਲਿਖਿਆ ਹੋਇਆ ਭਾਈ। ਤੇ ਹੁਣ ਸੁਪਰੀਮ ਕੋਰਟ ਨੇ ਹੁਕਮ ਦੇ ਦਿੱਤਾ ਹੈ ਕਿ ਤੁਸੀਂ ਇਹ ਰਾਹਤ ਦੇਣੀ ਹੈ, ਉਸ ਦੀਆਂ ਗਾਈਡਲਾਈਨਸ ਤੈਅ ਕਰੋ ਤੇ ਇੱਕ ਤੈਅ ਸਮੇਂ ਦੇ ਅੰਦਰ ਲੋਕਾਂ ਤੱਕ ਰਾਹਤ ਪਹੁੰਚਾਉਣ ਦਾ ਕੰਮ ਜਿਹੜਾ ਸ਼ੁਰੂ ਕਰੋ। ਪਰ ਪਟੀਸ਼ਨ ਕਰਤਾ ਨੇ 4 ਲੱਖ ਦੀ ਮੰਗ ਕੀਤੀ ਤੇ ਸੁਪਰੀਮ ਕੋਰਟ ਕੀ ਕਹਿ ਰਿਹਾ? 4 ਲੱਖ ਦੇਣਾ ਜਾਂ ਸਰਕਾਰ ਤੇ? ਅਜੇ ਸਰਕਾਰ ਇਸ ਤੇ ਡਿਸਾਈਡ ਕਰੇਗੀ, ਸਰਕਾਰ ਹੁਣ ਆਪਣਾ ਜਵਾਬ ਦੇਵੇਗੀ। ਹੋ ਸਕਦਾ ਹੈ ਕਿ 4 ਲੱਖ ਮਿਲੇ ਜਾਂ ਕਿੰਨੇ ਲੋਕਾਂ ਨੂੰ ਮਿਲਦਾ ਹੈ। 4 ਲੱਖ ਵਾਲੀ ਗੱਲ ਜਿਹੜੀ ਹੈ ਕਿ ਇਹ 15 ਲੱਖ ਚੋਂ 4 ਲੱਖ ਘੱਟ ਹੋਵੇਗਾ ਜਿਹੜਾ 15 ਲੱਖ ਦੇਣਾ ਸੀ। ਤੇ ਇਹ ਹੁਣ ਪਤਾ ਨਹੀਂ, ਸਰਕਾਰ ਅਜੇ ਇਸ ਬਾਰੇ ਬਹੁਤੀ ਕਲੈਰਿਟੀ ਨਹੀਂ ਹੈ, ਪਰ ਸੁਪਰੀਮ ਕੋਰਟ ਨੇ ਆਪਣੀ ਚਾਲ ਹੁਣ ਚੱਲ ਦਿੱਤੀ ਹੈ। ਹੁਣ ਸਰਕਾਰ ਦੀ ਵਾਰੀ ਹੈ, ਬਾਲ ਉਹਨਾਂ ਦੀ ਕੋਰਟ ਦੇ ਵਿੱਚ ਹੈ ਕਿ ਉਹਨਾਂ ਨੇ ਕੀ ਕਰਨਾ। ਵੈਸੇ ਵੀ ਸਾਡੀ ਸਰਕਾਰ 2-2000 ਦੇ ਕੇ ਵੀ ਨਾਮਣਾ ਖੱਟ ਲੈਂਦੀ ਹੁੰਦੀ। ਬਿਲਕੁਲ ਜੀ। ਜੇ ਕੁਲਦੀਪ ਜੀ ਗੱਲ ਜੰਮੂ ਕਸ਼ਮੀਰ ਦੀ ਕਰੀਏ ਤੇ ਉੱਥੇ ਇਹੋ ਜਿਹੀ ਕਿਹੜੀ ਰਵਾਇਤ ਸੀ ਜਿਹੜੀ 150 ਸਾਲ ਪੁਰਾਣੀ ਸੀ ਤੇ ਹੁਣ ਖਤਮ ਹੋ ਗਈ ਹੈ? 149 ਸਾਲ ਪਹਿਲਾਂ ਧਿਆਨ ਸਿੰਘ ਡੋਗਰਾ ਜੋ ਉੱਥੇ ਦੇ ਸ਼ਾਸਕ ਸਨ, ਉਹਨਾਂ ਨੇ ਇੱਕ ਰਵਾਇਤ ਸ਼ੁਰੂ ਕਰ ਲਈ ਸੀ ਕਿ ਰਾਜਧਾਨੀ ਨੂੰ ਬਦਲ ਦਿਓ ਸਾਲ ਵਿੱਚ 2 ਵਾਰੀ। ਸਿਆਲਾਂ ਦੀ ਰਾਜਧਾਨੀ ਜੰਮੂ ਤੇ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ, ਉਸ ਨੂੰ ਦਰਬਾਰ ਮੂਵ ਦਾ ਨਾਂ ਦਿੱਤਾ ਗਿਆ ਸੀ। ਤੇ ਹੁਣ ਅਜੋਕੇ ਸਮੇਂ ਦੇ ਵਿੱਚ ਉਸ ਦੀ ਹਾਲਤ ਇਹ ਹੋ ਗਈ ਸੀ ਕਿ ਜਦੋਂ ਗਰਮੀਆਂ ਆਉਂਦੀਆਂ ਸੀ ਤੇ ਜੰਮੂ ਦੇ ਵਿੱਚ ਟਰੱਕਾਂ ਤੇ ਹੋਰਨਾਂ ਚੀਜ਼ਾਂ ਦੇ ਵਿੱਚ ਸਮਾਨ ਲੱਦ ਕੇ ਜਿੰਨੇ ਸਰਕਾਰੀ ਮੁਲਾਜ਼ਮ ਨੇ, ਸਾਰੀਆਂ ਉਹਨਾਂ ਦੀਆਂ ਫਾਈਲਾਂ ਸਭ ਕੁਝ ਉਹ ਦਰਬਾਰ ਮੂਵ ਦੇ ਤੌਰ ਤੇ ਸ਼੍ਰੀਨਗਰ ਨੂੰ ਚਾਲੇ ਪਾ ਦਿੰਦਾ ਸੀ। ਉਹਨੇ ਦਿਨ ਸਰਕਾਰ ਦਾ ਕੰਮਕਾਜ ਜਿਹੜਾ ਖੂਹ ਖਾਤੇ ਪਿਆ ਰਹਿੰਦਾ ਸੀ ਤੇ 8 ਤੋਂ 9,000 ਜਿਹੜਾ ਮੁਲਾਜ਼ਮ ਸੀ ਉਹ ਸ਼੍ਰੀਨਗਰ ਨੂੰ ਗਰਮੀਆਂ 'ਚ ਪਹੁੰਚ ਜਾਂਦਾ ਸੀ, ਠੰਡੇ ਮੁਲਕ ਦੇ ਵਿੱਚ ਠੰਡੀਆਂ ਹਵਾਵਾਂ ਤੇ ਠੰਡੇ ਥਾਂ ਤੇ ਰਹਿਣ ਵਾਸਤੇ। ਤੇ ਜਦੋਂ ਉੱਥੇ ਠੰਡ ਜ਼ਿਆਦਾ ਹੁੰਦੀ ਸੀ ਸਿਆਲ ਨੂੰ, ਤੇ ਫਿਰ ਵਾਪਸ ਜਿਹੜੇ ਸੀ ਜੰਮੂ ਨੂੰ ਆ ਜਾਂਦੇ ਸੀ। ਇਹ 149 ਸਾਲ ਪੁਰਾਣਾ ਇਤਿਹਾਸ ਹੈ। ਪਿਛਲੇ ਸਾਲ ਇਸ ਨੂੰ ਆਰਜ਼ੀ ਤੌਰ ਤੇ ਰੋਕਿਆ ਗਿਆ ਸੀ ਕਿ ਕੋਵਿਡ ਕਰਕੇ ਇਹ ਮੂਵ ਜਿਹੜਾ ਅਸੀਂ ਨਹੀਂ ਕਰਨਾ, ਜਿੱਥੇ ਹੈ ਭਾਈ ਉੱਥੇ ਬੈਠੇ ਰਹੋ। ਤੇ ਉੱਥੇ ਦੇ ਹਾਲਾਤ ਵੀ ਇਹੋ ਜਿਹੇ ਨੇ, ਤੁਹਾਨੂੰ ਪਤਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਆਰਟੀਕਲ 370 ਰੱਦ ਹੋਣ ਤੋਂ ਬਾਅਦ ਇਹੋ ਜਿਹੇ ਪੈਦਾ ਹੋਏ ਨੇ, ਜਿਸ ਕਰਕੇ ਕੋਈ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਉਮੀਦ ਸੀ ਕਿ ਸ਼ਾਇਦ ਇਸ ਤਰ੍ਹਾਂ ਦਾ ਡਿਸੀਜਨ ਕੋਈ ਲਿਆ ਹੀ ਜਾਂਦਾ। ਹੁਣ ਇਹਨੂੰ ਪੱਕੇ ਤੌਰ ਤੇ ਉੱਥੇ ਦੇ ਲੈਫਟੀਨੈਂਟ ਗਵਰਨਰ ਵੱਲੋਂ ਉਹਨਾਂ ਨੇ, ਸਿਨਹਾ ਸਾਹਿਬ ਨੇ ਕਹਿ ਦਿੱਤਾ ਕਿ ਇਸ ਨੂੰ ਅਸੀਂ ਖਾਰਜ ਕਰਦੇ ਹਾਂ ਤੇ ਹੁਣ ਸ਼੍ਰੀਨਗਰ ਅਸੀਂ ਪੱਕਾ ਟਿਕਾਣਾ ਬਣਾ ਲੈਣਾ। ਹੁਣ ਇਹ ਕੋਈ ਪੁਰਾਣਾ ਰਿਵਾਜ ਜਿਹੜਾ ਸੀ ਖਤਮ ਕੀਤਾ, ਤੇ ਇਸ ਦੇ ਕਾਰਨ ਦੱਸੇ ਗਏ ਕਿ ਇੱਕ ਤਾਂ ਲੋਕਾਂ ਨੂੰ ਕਨਫਿਊਜ਼ਨ ਨਾ ਹੋਵੇ
ਦੂਸਰਾ ਇਸ ਤੇ ਜਿਹੜਾ ਹੁੰਦਾ ਬੇਤਹਾਸ਼ਾ ਖਰਚਾ ਹੈ ਤੇ ਜੋ ਕੰਮਕਾਜ ਦੇ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਉਹ ਜਿਹੜੀ ਆ ਅਸੀਂ ਰੋਕ ਦੇਵਾਂਗੇ। ਤੇ ਅਧਿਕਾਰੀਆਂ ਨੂੰ ਕਹਿ ਦਿੱਤਾ ਭਾਈ ਜਿਹੜੇ ਜੰਮੂ ਵਾਲੇ ਨੇ ਜੰਮੂ 'ਚ ਚਲੇ ਜਾਓ, ਜਿਹੜੇ ਸ੍ਰੀਨਗਰ ਵਾਲੇ ਨੇ ਸ੍ਰੀਨਗਰ 'ਚ ਆ ਜਾਓ। ਇਸ ਤਰ੍ਹਾਂ ਦਾ ਸਿਸਟਮ ਸੈਟਅਪ ਕਰ ਦਿੱਤਾ। ਹੁਣ ਭਾਰਤ ਦੇ ਵਿੱਚ ਕਈ ਹੋਰ ਸੂਬੇ ਵੀ ਹਨ ਜਿੱਥੇ ਇਸ ਤਰ੍ਹਾਂ ਦੀ ਨਹੀਂ ਵਿਵਸਥਾ, ਪਰ ਥੋੜੇ ਫਰਕ ਵਾਲੀ ਹੈ। ਆਂਧਰਾ ਪ੍ਰਦੇਸ਼ ਵਿੱਚ ਦੱਸਿਆ ਜਾਂਦਾ ਕਿ ਉਹਨਾਂ ਨੇ 3 ਸ਼ਹਿਰ ਰੱਖੇ ਹੋਏ ਨੇ। ਉਹਨਾਂ ਦਾ ਇੱਕ ਲੰਬਾਈ ਵਾਲਾ ਪ੍ਰਾਂਤ ਹੈ ਤੇ ਉਹਨਾਂ ਕਿਹਾ ਸੀ ਕਿ ਸਾਨੂੰ ਲੋਕਾਂ ਨੂੰ ਇੱਕ ਥਾਂ ਤੋਂ ਦੂਸਰੇ ਥਾਂ ਤੇ ਤੀਸਰੇ ਥਾਂ ਤੇ ਆਉਣ ਦੇ ਵਿੱਚ ਥੋੜੀ ਸੌਖ ਹੋ ਜਾਵੇਗੀ ਤੇ ਉਹਨਾਂ ਦੇ ਕੰਮਕਾਜ ਕਰਨ ਦੇ ਵਾਸਤੇ ਜਿਹੜਾ ਹੈ ਅਸੀਂ ਉਹਨਾਂ ਨੂੰ ਕੁਝ ਜਗ੍ਹਾ ਦੇਵਾਂਗੇ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਵੀ ਹੈ ਕਿ ਉਹਨੇ ਵੀ ਜਿਹੜਾ ਕੁਝ ਸ਼ਹਿਰ ਇੱਕ ਉਹਨਾਂ ਨੇ ਇੱਕ ਸਾਈਡ ਤੇ ਰੱਖਿਆ ਹੋਇਆ ਜਿਸ ਦੇ ਵਿੱਚ ਕੁਝ ਕੰਮਕਾਜ ਜਿਹੜੇ ਨੇ ਉੱਥੇ ਹੁੰਦੇ ਨੇ। ਕਈ ਹੋਰ ਸੂਬਿਆਂ ਵਿੱਚ ਵੀ ਹੈ, ਪਰ 2 ਸੂਬੇ ਅਜਿਹੇ ਨੇ ਜਿਹੜੇ ਆਪਸ ਵਿੱਚ ਕਈ ਸਾਲਾਂ ਤੋਂ ਇਸ ਝਗੜੇ ਦੇ ਵਿੱਚ ਪਏ ਹੋਣੇ ਕਿ ਉਹ ਰਾਜਧਾਨੀ ਮੇਰੀ ਹੈ, ਉਹ ਕਹਿੰਦਾ ਮੇਰੀ ਹੈ। ਮੇਰੀ ਮੁਰਾਦ ਪੰਜਾਬ ਤੇ ਹਰਿਆਣੇ ਤੋਂ ਹੈ। ਚੰਡੀਗੜ੍ਹ ਹੈ, ਚੰਡੀਗੜ੍ਹ ਤੇ ਕਬਜ਼ਾ ਕਰਕੇ ਜਿਹੜਾ ਪੰਜਾਬ ਵੀ ਬੈਠਾ ਹੋਇਆ ਤੇ ਹਰਿਆਣਾ ਵੀ ਬੈਠਾ ਹੋਇਆ ਤੇ ਸਾਡੀਆਂ ਸੁਹਿਰਦ ਸਰਕਾਰਾਂ ਅੱਜ ਤੱਕ ਇਸ ਨੂੰ ਮੁਕਾ ਨਹੀਂ ਸਕੀਆਂ। ਤੇ ਇਹ ਚੰਡੀਗੜ੍ਹ ਵਾਲੇ ਵੀ ਕਹਿੰਦੇ ਨੇ ਕਿ ਤੁਸੀਂ ਸਾਡੇ ਪਿੱਛੇ ਨਾ ਲੜੋ ਭਾਈ, ਅਸੀਂ ਵੀ ਯੂਟੀ ਆ, ਹੁਣ ਤੁਸੀਂ ਆਪਣੀ ਕੋਈ ਰਾਜਧਾਨੀ ਹੋਰ ਬਣਾ ਲਓ, ਅਸੀਂ ਆਪਣੇ ਥਾਂ ਹੈਗੇ ਠੀਕ ਠਾਕ ਹੁਣ। ਖੈਰ ਉਹਨਾਂ ਦੀ ਮੰਗ ਹੈ, ਪਰ ਇਹੋ ਜਿਹੀਆਂ ਗੱਲਾਂ ਛੇਤੀ ਨਿਬੜ ਜਾਣ, ਕਿਸੇ ਬੱਸ ਦੇ ਵਿੱਚ ਪੈ ਜਾਣ ਤੇ ਸਦਾ ਲਈ ਇਹਨਾਂ ਦਾ ਨਿਪਟਾਰਾ ਹੋ ਜਾਵੇ। ਸਰਕਾਰਾਂ ਇਸ ਪ੍ਰਤੀ ਸੁਹਿਰਦਤਾ ਨਾਲ ਸੋਚਦੀਆਂ ਨਹੀਂ, ਪਰ ਜੰਮੂ ਕਸ਼ਮੀਰ ਦੇ ਵਿੱਚ ਇਸ ਤਰ੍ਹਾਂ ਦਾ ਹੁਣ ਫੈਸਲਾ ਜਿਹੜਾ ਲੈ ਲਿਆ ਗਿਆ ਤੇ ਇਸ ਨਾਲ ਹੋ ਸਕਦਾ ਕਿ ਰਾਹਤ ਆ ਜਾਂ ਸਰਕਾਰੀ ਕੰਮਕਾਜ ਦੇ ਵਿੱਚ ਕੋਈ ਲੋਕਾਂ ਨੂੰ ਮਾੜੀ ਮੋਟੀ ਸੌਖ ਜਿਹੜੀ ਆ ਉਹ ਆ ਜਾਵੇ। ਜੀ ਕੁਲਦੀਪ ਜੀ, ਇੱਕ ਸੈਂਸਿਟਿਵ ਮੁੱਦੇ ਵੱਲ ਰੁਖ ਕਰਦੇ ਆ, ਲਵ ਜਿਹਾਦ ਦੀ ਗੱਲ ਕਰਦੇ ਆ। ਇਹ ਬਿਮਾਰੀ ਹੁਣ ਜੰਮੂ ਕਸ਼ਮੀਰ 'ਚ ਵੀ ਪਹੁੰਚ ਗਈ ਹੈ, ਪਰ ਇਸ ਤੋਂ ਪਹਿਲਾਂ ਇੰਗਲੈਂਡ ਤੇ ਹੋਰ ਕਈ ਮੁਲਕਾਂ ਤੋਂ ਵੀ ਇਦਾਂ ਦੀਆਂ ਖਬਰਾਂ ਆ ਰਹੀਆਂ ਸੀ। ਇਸ ਦਾ ਨਾਮ ਜਿਹੜਾ ਹੈ ਭਾਰਤ ਵਿੱਚੋਂ ਨਿਕਲਿਆ। ਜਿਹਾਦ ਲਫ਼ਜ਼ ਜਿਹੜਾ ਹੈ ਇਹ ਤੇ ਇਸਲਾਮਿਕ ਭਾਈਚਾਰੇ ਨਾਲ ਜੁੜਿਆ ਹੋਇਆ ਲਫ਼ਜ਼ ਹੈ ਤੇ ਜਦੋਂ ਅਲ ਕਾਇਦਾ ਤੇ ਤਾਲਿਬਾਨ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਤੇ ਜਿਹਾਦ ਸ਼ੁਰੂ ਕਰ ਦਿੱਤਾ ਪੱਛਮੀ ਮੁਲਕਾਂ ਦੇ ਖਿਲਾਫ, ਫਿਰ ਜਿਹਾਦ ਲਫ਼ਜ਼ ਜਿਹੜਾ ਸੀ ਬੱਚੇ ਦੇ ਨਾਮ ਤੇ ਆ ਗਿਆ, ਬੱਚੇ ਦੀ ਜ਼ੁਬਾਨ ਤੇ ਆ ਗਿਆ। ਹੁਣ ਇੰਗਲੈਂਡ ਦੇ ਵਿੱਚ ਇੱਕ ਜਿਹੜੀਆਂ ਘਟਨਾਵਾਂ ਪਿਛਲੇ ਸਾਲਾਂ 'ਚ ਹੋਈਆਂ, ਮੈਂ ਉਧਰ ਨੂੰ ਲੈ ਕੇ ਜਾਣਾ ਚਾਹਾਂਗਾ। ਹਾਲਾਂਕਿ ਇਸ ਮੁੱਦੇ ਨਾਲ ਸੰਬੰਧਿਤ ਨਹੀਂ ਹਨ, ਪਰ ਇਸੇ ਤਰ੍ਹਾਂ ਦੀਆਂ ਘਟਨਾਵਾਂ ਹਨ, ਇਸ ਕਰਕੇ ਸੰਬੰਧ ਬਣ ਵੀ ਸਕਦਾ ਹੈ। ਕਸ਼ਮੀਰ ਦੀ ਗੱਲ ਬਾਅਦ 'ਚ ਕਰਾਂਗੇ। 2008 ਦੇ ਆਸ-ਪਾਸ ਇੰਗਲੈਂਡ ਦੀ ਇੱਕ ਡੇਲੀ ਮੇਲ ਅਖਬਾਰ ਦੇ ਵਿੱਚ ਇੱਕ ਆਰਟੀਕਲ ਛਪਦਾ ਹੈ ਜਿਸ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਪਾਕਿਸਤਾਨ ਦੇ ਨੌਜਵਾਨਾਂ ਵੱਲੋਂ ਭਾਰਤ ਦੇ ਸਿੱਖ ਭਾਈਚਾਰੇ ਦੀਆਂ ਲੜਕੀਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਵਰਗਲਾ ਕੇ ਉਹਨਾਂ ਦਾ ਜਿਨਸੀ ਸ਼ੋਸ਼ਣ ਜਿਹੜਾ ਉਹ ਕੀਤਾ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਮਹਿੰਗੀਆਂ ਫਲੈਮਬੋਇੰਸ ਗੱਡੀਆਂ ਦੇ ਵਿੱਚ ਤੇ ਮਹਿੰਗੇ ਕੱਪੜੇ ਪਾ ਕੇ ਤੇ ਗਰੂਮਿੰਗ ਕਰਕੇ, ਭਾਵ ਆਪਣੇ ਆਪ ਨੂੰ ਥੋੜਾ ਜਿਹਾ ਆਰਗੇਨਾਈਜ਼ਡ ਕਰਕੇ ਪੇਸ਼ ਕੀਤਾ ਜਾਂਦਾ ਸੀ ਸਕੂਲਾਂ ਦੇ ਬਾਹਰ, ਕਾਲਜਾਂ ਦੇ ਬਾਹਰ, ਯੂਨੀਵਰਸਿਟੀਆਂ ਦੇ ਵਿੱਚ ਤੇ ਉਹਨਾਂ ਰਹਾਇਸ਼ੀ ਇਲਾਕਿਆਂ ਦੇ ਵਿੱਚ ਗੇੜੀਆਂ ਮਾਰੀਆਂ ਜਿੱਥੇ ਆਮ ਤੌਰ ਤੇ ਸਿੱਖ ਜਾਂ ਪੰਜਾਬੀ ਭਾਈਚਾਰਾ ਵਸਦਾ ਸੀ। ਇਹ ਭਾਵੇਂ 2008 ਦੇ ਵਿੱਚ ਰਿਪੋਰਟ ਛਪੀ ਹੈ, ਪਰ ਉੱਥੇ ਦੇ ਜਦੋਂ ਗਵਾਹਾਂ ਨਾਲ ਗੱਲ ਕੀਤੀ ਗਈ ਸਿੱਖ ਭਾਈਚਾਰੇ ਦੇ ਨਾਲ ਤਾਂ ਉਹਨਾਂ ਨੇ ਕਿਹਾ ਕਿ ਇਹ ਘਟਨਾਵਾਂ ਜਿਹੜੀਆਂ ਸੀ 1960 ਤੋਂ ਚੱਲ ਰਹੀਆਂ ਨੇ, ਕਿ ਅਸੀਂ ਇਸ ਚੀਜ਼ ਦਾ ਉਦੋਂ ਤੋਂ ਜਿਹੜਾ ਸਾਹਮਣਾ ਕਰ ਰਹੇ ਹਾਂ ਕਿ ਸਾਡੀਆਂ ਅੰਡਰਏਜ ਲੜਕੀਆਂ ਨੂੰ ਵਰਗਲਾ ਕੇ ਨੌਜਵਾਨ ਲੜਕੇ ਪਾਕਿਸਤਾਨ ਦੇ, ਇੱਥੋਂ ਤੱਕ ਕਿ ਪਾਕਿਸਤਾਨ ਵੀ ਲੈ ਕੇ ਜਾਂਦੇ ਸਨ। ਜਿਨਸੀ ਸ਼ੋਸ਼ਣ ਹੁੰਦਾ ਸੀ, ਕੁਝ ਉਹਨਾਂ ਦੇ ਚੁੰਗਲ ਚੋਂ ਨਿਕਲ ਕੇ ਵਾਪਸ ਆ ਜਾਂਦੀਆਂ ਸਨ ਤੇ ਕੁਝ ਨਹੀਂ ਸਨ ਆਉਂਦੀਆਂ। ਟਰਾਮੇਟਾਈਜ਼ਡ ਲਾਈਫ ਜਿਉਣੀ ਤੇ ਫਿਰ ਉਹ ਕਿਸੇ ਨੂੰ ਦੱਸਣਾ ਨਾ, ਚਾਹੇ ਦੱਸਣਾ ਵੀ ਨਾ ਤੇ ਉਹ ਹਾਈਲਾਈਟ ਨਾ ਹੋਣਾ। ਪਰ 2008 ਦੇ ਵਿੱਚ ਜਾ ਕੇ ਥੋੜਾ ਹਾਈਲਾਈਟ ਹੋਣਾ ਸ਼ੁਰੂ ਹੋਇਆ, ਜਾਗਰੂਕਤਾ ਆਈ ਭਾਈਚਾਰੇ ਵੱਲੋਂ। ਫਿਰ ਸੰਸਥਾ ਬਣਾਈਆਂ ਗਈਆਂ। ਇੱਕ ਸ਼ੇਰੇ ਪੰਜਾਬ ਨਾਂ ਦੀ ਸੰਸਥਾ ਵੀ ਬਣਾਈ ਗਈ ਜਿਸ ਨੇ ਅਜਿਹੀ ਲੜਕੀਆਂ ਦੀ ਸੂਚੀ ਤਿਆਰ ਕੀਤੀ ਤੇ ਉਹਨਾਂ ਨੂੰ ਮਦਦ ਦੇਣ ਦੀ ਗੱਲ ਕੀਤੀ। ਆਵਾਜ਼ ਉੱਠੀ, ਪਾਰਲੀਮੈਂਟ ਤੱਕ ਪਹੁੰਚੀ, ਲੇਬਰ ਪਾਰਟੀ ਦੀ ਇੱਕ MP ਨੇ ਵੀ ਮਦਦ ਕੀਤੀ ਤੇ ਸਰਕਾਰ ਨੂੰ ਵੀ ਸੁੱਤਿਆਂ ਨੂੰ ਜਗਾਇਆ ਕਿ ਦੇਖੋ ਕੀ ਹੋ ਰਿਹਾ ਤੇ ਇਸ ਨੂੰ ਰੋਕਿਆ ਜਾਵੇ। ਪੰਜਾਬੀ ਭਾਈਚਾਰੇ ਦੀਆਂ ਲੜਕੀਆਂ ਤੇ ਹੋਰਨਾਂ ਨੌਜਵਾਨਾਂ ਨੂੰ ਵੀ ਅਕਲ ਆਈ ਕਿ ਸਾਡੇ ਨਾਲ ਆ ਹੋ ਰਿਹਾ। ਇੱਥੋਂ ਤੱਕ ਵੀ ਖਬਰਾਂ ਆਈਆਂ ਸਨ ਕਿ ਰੈਸਟੋਰੈਂਟਾਂ ਦੇ ਵਿੱਚ ਜੋ ਪਾਕਿਸਤਾਨੀ ਮੂਲ ਦੇ ਵਸਨੀਕ ਜਿਹੜੇ ਸੀ, ਉਹਨਾਂ ਦੇ ਮਾਲਕੀ ਵਾਲੇ ਰੈਸਟੋਰੈਂਟਾਂ ਦੇ ਵਿੱਚ ਉਸ ਨੌਜਵਾਨ ਨੂੰ ਵਿਸ਼ੇਸ਼ ਇਨਾਮ ਦਿੱਤਾ ਜਾਂਦਾ ਸੀ ਜਿਹੜਾ ਉੱਥੇ ਖਾਣੇ ਵਾਸਤੇ ਸਿੱਖ ਲੜਕੀ ਨੂੰ ਲੈ ਕੇ ਆਉਂਦਾ ਸੀ। ਇਸ ਤਰ੍ਹਾਂ ਦੀਆਂ ਅਣਮਨੁੱਖੀ ਘਟਨਾਵਾਂ ਜਿਹੜੀਆਂ ਸੀ ਉੱਥੋਂ ਸਾਹਮਣੇ ਆਈਆਂ। ਫਿਰ ਸੰਸਥਾਵਾਂ ਉੱਠ ਕੇ ਖੜੀਆਂ ਹੋਈਆਂ ਤੇ ਆਵਾਜ਼ ਉਠਾਉਣੀ ਸ਼ੁਰੂ ਕੀਤੀ ਤੇ ਥੋੜੀ ਜਾਗਰੂਕਤਾ ਆਈ। ਬਸ ਇਸ ਪ੍ਰਤੀ ਸਰਕਾਰ ਬਹੁਤਾ ਕੁਝ ਕਰ ਨਹੀਂ ਸੀ ਸਕਦੀ। ਸਰਕਾਰ ਤਾਂ ਇਹੋ ਕਰ ਸਕਦੀ ਸੀ ਕਿ ਅਜਿਹੇ ਲੋਕਾਂ ਦੀ ਕਾਉਂਸਲਿੰਗ ਕਰਦੀ ਜਾਂ ਉਹਨਾਂ ਨੂੰ ਕਿਸੇ ਤਰੀਕੇ ਦੀ ਸਲਾਹ ਦੇ ਸਕਦੀ। ਪਰ ਜਦੋਂ ਉੱਥੇ ਤੱਕ ਇੰਨੀਆਂ ਘਟਨਾਵਾਂ ਹੋ ਜਾਂਦੀਆਂ ਨੇ ਤਾਂ ਫਿਰ ਥੋੜਾ ਜਿਹਾ ਇੱਕ ਵਖਰੇਵਾਂ ਜਿਹੜਾ ਦੋਵਾਂ ਫਿਰਕਿਆਂ ਦੇ ਵਿੱਚ ਪੈਣਾ ਸ਼ੁਰੂ ਹੋ ਜਾਂਦਾ ਹੈ। ਹੁਣ ਉਹ ਪਾਕਿਸਤਾਨੀ ਨੌਜਵਾਨਾਂ ਦੀ ਗੱਲ ਸੀ। ਇਸੇ ਤਰ੍ਹਾਂ ਯੂਪੀ ਦੇ ਵਿੱਚ ਫਿਰ ਇਹ ਜਿਹੜਾ ਲਵ ਜਿਹਾਦ ਦਾ ਨਾਮ ਜਿਹੜਾ ਹੈ ਫਿਰ ਯੂਪੀ ਦੇ ਵਿੱਚ ਸਾਹਮਣੇ ਆਉਂਦਾ ਹੈ।
यूपी ਦੇ ਵਿੱਚ ਆਦਿੱਤਿਆ ਯੋਗੀਨਾਥ ਨੇ ਕਾਨੂੰਨ ਬਣਾ ਦਿੱਤਾ, ਸਰਕਾਰ ਨੇ ਪਾਸ ਕਰ ਦਿੱਤਾ ਕਿ ਇਸ ਕਾਨੂੰਨ ਦੇ ਵਿੱਚ ਜਿਹੜਾ ਸਾਡਾ ਸ਼ੋਸ਼ਣ ਕੀਤਾ ਜਾ ਰਿਹਾ ਤੇ ਸਾਨੂੰ ਇਸ ਨੂੰ ਰੋਕਣ ਦੀ ਲੋੜ ਹੈ। ਕਿ ਸਰਕਾਰ ਨੂੰ ਕਾਨੂੰਨ ਬਣਾਉਣ ਦੀ ਲੋੜ ਹੈ ਜਾਂ ਜਾਗਰੂਕਤਾ ਫੈਲਾਉਣ ਦੀ ਲੋੜ ਹੈ? ਇਸ ਪ੍ਰਤੀ ਮੈਂ ਸਮਝਦਾ ਕਿ ਸਾਨੂੰ ਭਾਈਚਾਰਕ ਤੌਰ ਤੇ ਜਿਹੜਾ ਉਹ ਸੰਗਠਿਤ ਹੋਣ ਦੀ ਲੋੜ ਹੈ। ਹੁਣ ਤੁਹਾਨੂੰ ਯਾਦ ਹੋਵੇਗਾ ਕਿ ਉੱਤਰਾਖੰਡ ਦੇ ਵਿੱਚ ਇੱਕ ਅਜਿਹੀ ਘਟਨਾ ਹੋਈ ਸੀ ਜਿਸ ਦੇ ਵਿੱਚ ਇੱਕ ਮੁਸਲਮਾਨ ਲੜਕਾ ਇੱਕ ਹਿੰਦੂ ਲੜਕੀ ਨੂੰ ਲੈ ਕੇ ਇੱਕ ਜਗ੍ਹਾ ਤੇ ਬੈਠਾ ਹੋਇਆ ਸੀ ਤੇ ਉਸ ਨੂੰ ਭੀੜ ਜਿਹੜੀ ਸੀ ਮਾਰਨ ਪੈ ਗਈ। ਉਸ ਨੂੰ ਘੇਰ ਲਿਆ। ਜਦੋਂ ਸਾਰਿਆਂ ਨੇ ਘੇਰ ਲਿਆ ਤੇ ਡਿਊਟੀ ਤੇ ਇੱਕ ਇੰਸਪੈਕਟਰ ਗਗਨਦੀਪ ਸਿੰਘ ਪਹੁੰਚਦਾ ਹੈ। ਗਗਨਦੀਪ ਸਿੰਘ ਪਹੁੰਚ ਕੇ ਤੇ ਉਸ ਲੜਕੇ ਨੂੰ ਕਲਾਵੇ ਵਿੱਚ ਲੈ ਲੈਂਦਾ ਹੈ ਤੇ ਉਸ ਨੂੰ ਭੀੜ ਤੋਂ ਬਚਾਉਂਦਾ। ਉਹ ਵੀਡੀਓ ਸਾਰੀ ਦੁਨੀਆ ਨੇ ਦੇਖੀ ਤੇ ਉਸ ਨੂੰ ਹੀਰੋ ਵਜੋਂ ਪੇਸ਼ ਕੀਤਾ ਗਿਆ ਕਿ ਦੇਖੋ ਕਿਵੇਂ ਉਸਨੇ ਬਚਾਇਆ ਔਰ ਉਸ ਦੀ ਪ੍ਰਸ਼ੰਸਾ ਹੋਈ ਹਰ ਜਗ੍ਹਾ ਤੇ। ਪਰ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਕਿਹਾ ਦੇਖੋ ਜੀ ਇਸ ਬੰਦੇ ਨੂੰ ਬਹੁਤਾ ਹੀਰੋ ਨਾ ਬਣਾਓ, ਉਹ ਪੁਲਿਸਮੈਨ ਹੈ, ਇੰਸਪੈਕਟਰ ਹੈ, ਉਸਨੇ ਤਾਂ ਆਪਣੀ ਡਿਊਟੀ ਕਰਨੀ ਸੀ ਤੇ ਤੁਸੀਂ ਇਸ ਗੱਲ ਨੂੰ ਇੱਕ ਸੈਂਸਿਟਿਵ ਮੁੱਦਾ ਬਣਾ ਕੇ ਜਾਂ ਉਹਨੂੰ ਹੀਰੋ ਬਣਾ ਕੇ ਪੇਸ਼ ਨਾ ਕਰੋ। ਸਪਸ਼ਟ ਸੀ ਕਿ ਸਰਕਾਰ ਦੀ ਭਾਵਨਾ ਹੋਰ ਹੈ। ਸਰਕਾਰ ਇਸ ਨੂੰ ਹੋਰ ਤਰੀਕੇ ਨਾਲ ਦੇਖਦੀ ਹੈ ਤੇ ਆਪਣੇ ਤੌਰ ਤਰੀਕਿਆਂ ਨਾਲ ਨਜਿੱਠਣਾ ਚਾਹੁੰਦੀ ਹੈ। ਹੁਣ ਕਸ਼ਮੀਰ ਦੀ ਅਸੀਂ ਗੱਲ ਕਰਦੇ ਹਾਂ ਤੇ ਕਸ਼ਮੀਰ ਦੇ ਵਿੱਚ ਇਹ ਜਿਹੜਾ ਇਸ ਤਰ੍ਹਾਂ ਦਾ ਮੁੱਦਾ ਸਾਹਮਣੇ ਆਇਆ, ਇਸ ਦੇ ਵਿੱਚ ਵੀ ਸਿੱਖ ਭਾਈਚਾਰੇ ਨੇ ਸੰਗਠਿਤ ਹੋ ਕੇ ਆਪਣੇ ਤੌਰ ਤੇ ਆਵਾਜ਼ ਉਠਾਈ ਹੈ, ਜਿਸ ਦੇ ਵਿੱਚ ਦਿੱਲੀ ਕਮੇਟੀ ਹੈ, ਸਰਨਾ ਸਾਹਿਬ ਨੇ, ਹਰਵਿੰਦਰ ਸਿੰਘ ਸਰਨਾ ਨੇ, ਮਨਜਿੰਦਰ ਸਿੰਘ ਸਿਰਸਾ ਮੌਜੂਦਾ ਪ੍ਰਧਾਨ ਨੇ, ਉਹ ਸਾਬਕਾ ਨੇ, ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਹੋਰ ਸੰਗਠਨਾਂ ਵੱਲੋਂ ਆਵਾਜ਼ ਇਕੱਠੇ ਹੋ ਕੇ ਉਠਾਈ ਗਈ ਹੈ। ਗੱਲ ਨੂੰ ਹੱਥ ਪਿਆ ਤੇ ਉੱਥੇ ਮੋੜ ਪਿਆ ਤੇ ਹੁਣ ਜਿਹੜਾ ਉਸ ਲੜਕੀ ਦੀ ਦੁਬਾਰਾ ਸ਼ਾਦੀ ਕੀਤੀ ਗਈ ਹੈ। ਹੁਣ ਸਾਰੀਆਂ ਚੀਜ਼ਾਂ ਨੂੰ ਇਹ ਸੰਸਥਾਵਾਂ ਕਿੰਨੀ ਦੇਰ ਤੱਕ ਗੌਰ ਕਰਨਗੀਆਂ? ਮੈਂ ਸਮਝਦਾ ਕਿ ਸਮੁੱਚੇ ਭਾਈਚਾਰੇ ਦੇ ਵਿੱਚ ਇੱਕ ਆਪਣੀ ਇੱਕ ਸੈਲਫ ਸੈਂਸਰਸ਼ਿਪ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਕਿ ਅਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਨੂੰ ਜਿਹੜੀ ਹੈ ਉਹ ਤਰਜੀਹ ਦਿੰਦੇ ਹਾਂ। ਪਾਕਿਸਤਾਨ ਦੇ ਵਿੱਚ ਅਕਸਰ ਇਹ ਘਟਨਾਵਾਂ ਦੀ ਜਿਹੜੀ ਗੱਲ ਹੈ ਹੁੰਦੀ ਰਹਿੰਦੀ ਹੈ ਕਿ ਕਿਵੇਂ ਲੜਕੀਆਂ ਦਾ ਧਰਮ ਪਰਿਵਰਤਨ ਕਰਕੇ ਉਹਨਾਂ ਨੂੰ ਜਬਰੀ ਜਿਹੜਾ ਹੈ ਵਿਆਹ ਉਹਨਾਂ ਦੇ ਕੀਤੇ ਜਾਂਦੇ ਨੇ। ਦੂਸਰੇ ਮਾਈਨੋਰਿਟੀ ਦੀ ਮੈਂ ਗੱਲ ਕਰ ਰਿਹਾ। ਹੁਣ ਪੰਜਾਬ ਵਾਲਿਆਂ ਤੇ ਵੀ ਉਂਗਲ ਉੱਠਦੀ ਹੈ ਕਿ ਪੰਜਾਬ ਵਾਲਿਆਂ ਨੇ ਕੀ ਕੀਤਾ। ਜਦੋਂ ਆਰਟੀਕਲ 370 ਕਸ਼ਮੀਰ ਦੇ ਵਿੱਚ ਖਤਮ ਕੀਤਾ ਗਿਆ ਤੇ ਆਰਟੀਕਲ 370 ਖਤਮ ਹੋਣ ਤੇ ਜਿਸ ਤਰ੍ਹਾਂ ਦੀਆਂ ਫੇਸਬੁੱਕ ਪੋਸਟਾਂ ਪੰਜਾਬੀਆਂ ਨੇ ਪਾਈਆਂ ਉਹ ਸਾਰਿਆਂ ਨੇ ਵੇਖੀਆਂ। ਉਹਨਾਂ ਪੋਸਟਾਂ ਦੇ ਵਿੱਚ ਕੀ ਲਿਖਦੇ ਸੀ ਕਿ ਸ਼੍ਰੀਨਗਰ ਦੇ ਵਿੱਚ ਪਲਾਟ ਖਰੀਦਾਂਗੇ, ਅਸੀਂ ਸੇਬ ਦੇ ਬਾਗਾਂ ਤੇ ਸਾਡਾ ਕਬਜ਼ਾ ਹੋਵੇਗਾ ਤੇ ਕਸ਼ਮੀਰ ਦੀਆਂ ਸੁਨੱਖੀਆਂ ਲੜਕੀਆਂ ਨਾਲ ਵਿਆਹ ਕਰਾਵਾਂਗੇ ਅਸੀਂ। ਇਹ ਗੱਲਾਂ ਫੁਕਰੀਆਂ ਹੋਛੀਆਂ ਗੱਲਾਂ ਜਿਹੜੀਆਂ ਅਸੀਂ ਕਿਉਂ ਕੀਤੀਆਂ ਸੀ? ਸੋ ਇਸ ਤਰ੍ਹਾਂ ਦਾ ਕੁਨਬਾ ਭਾਈਚਾਰਾ, ਇਸ ਤਰ੍ਹਾਂ ਦੇ ਲੋਕ ਨਿਕੰਮੀ ਸੋਚ ਵਾਲੇ ਹਰ ਭਾਈਚਾਰੇ, ਹਰ ਕਮਿਊਨਿਟੀ, ਹਰ ਧਰਮ ਦੇ ਵਿੱਚ ਵਸਦੇ ਨੇ, ਰਹਿੰਦੇ ਨੇ। ਜਾਗਰੂਕਤਾ ਦੀ ਲੋੜ ਹੈ। ਸਰਕਾਰਾਂ ਇਸ ਦੇ ਵਿੱਚ ਬਹੁਤਾ ਕੁਝ ਨਹੀਂ ਕਰ ਸਕਦੀਆਂ। ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਹੁਣ ਪੰਜਾਬ ਦੀ ਗੱਲ ਕਰ ਲਈਏ ਤੇ ਕੋਟਕਪੂਰਾ ਗੋਲੀकांड ਮਾਮਲੇ ਦੀ ਜਾਂਚ ਕਿੱਥੋਂ ਤੱਕ ਪਹੁੰਚੀ ਹੈ? ਸਿਮਟ ਰਹੀ ਜਾਂਚ ਜਾਂ ਖਲਾਰਾ ਵੱਧ ਰਿਹਾ? ਖਲਾਰਾ ਵੱਧ ਰਿਹਾ ਜੀ। ਇਹ ਕੋਟਕਪੂਰਾ ਬਾਈਬਲ ਕਲਾਂ ਗੋਲੀकांड ਤੇ ਜੋ ਬੇਅਦਬੀ ਨਾਲ ਸੰਬੰਧਿਤ ਜਿੰਨੀਆਂ ਵੀ ਘਟਨਾਵਾਂ ਨੇ ਇਸ ਪ੍ਰਤੀ ਸਰਕਾਰ ਜਿਹੜੀ ਹੈ ਬਹੁਤ ਕਸੂਤੀ ਫਸੀ ਹੋਈ ਹੈ। ਅਕਾਲੀ ਦਲ ਵਾਲੇ ਆਪਣਾ ਰੌਲਾ ਪਾਉਂਦੇ ਰਹਿੰਦੇ ਨੇ ਕਿ ਦੇਖੋ ਸਾਡਾ ਇਸ ਵਿੱਚ ਕੋਈ ਦੋਸ਼ ਨਹੀਂ ਤੇ ਥੋੜੀ ਬਹੁਤੀ ਉਹਨਾਂ ਨੂੰ ਸਪੋਰਟ ਮਿਲ ਜਾਂਦੀ ਹੈ। ਜਦੋਂ ਭਾਜਪਾ ਦੇ ਇੱਕ ਸਾਬਕਾ ਆਗੂ ਨੇ ਪਿੱਛੇ ਜਿਹਾ ਕਹਿ ਦਿੱਤਾ ਕਿ ਦੇਖੋ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਬੇਅਦਬੀ ਨਹੀਂ ਕਰਵਾ ਸਕਦੇ, ਇਹਨਾਂ ਦਾ ਕੋਈ ਇਸ ਵਿੱਚ ਦੋਸ਼ ਨਹੀਂ ਹੈ ਜਾਂ ਗੋਲੀ ਵੀ ਨਹੀਂ ਚਲਵਾ ਸਕਦੇ, ਇੱਥੋਂ ਤੱਕ ਵੀ ਉਹਨਾਂ ਨੇ ਕਹਿ ਦਿੱਤਾ। ਪਰ ਇਸ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ। ਤੇ ਜੇ ਸੱਚ ਪੁੱਛੋ, ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਦਾ ਸਿਆਸੀ ਲਾਹਾ ਖੂਬ ਖੱਟਿਆ ਹੁਣ ਤੱਕ। ਜਵਾਬ ਦੇਣਾ ਪੈ ਰਿਹਾ ਹੁਣ ਉਹ ਇਸ ਕਰਕੇ ਕਿ ਉੱਥੇ ਕੁਝ ਲੋਕਾਂ ਨੇ ਬਰਗਾੜੀ ਮੋਰਚਾ ਜੋ ਚੁੱਕਿਆ ਗਿਆ ਸੀ, ਬਲਜੀਤ ਸਿੰਘ ਦਾਦੂਵਾਲ ਨੇ ਅਕਾਲ ਤਖਤ ਸਾਹਿਬ ਜਾ ਕੇ ਇਹ ਗੱਲ ਕਰ ਦਿੱਤੀ ਹੈ ਕਿ ਮੇਰੀ ਗਲਤੀ ਸੀ ਕਿ ਮੈਨੂੰ ਉਹ ਮੋਰਚਾ ਉਦੋਂ ਚੁੱਕਣਾ ਨਹੀਂ ਸੀ ਚਾਹੀਦਾ। ਹਾਲਾਂਕਿ ਸੁਖਪਾਲ ਸਿੰਘ ਖਹਿਰਾ ਵੀ ਉਹਨਾਂ ਦੇ ਨਾਲ ਉਦੋਂ ਸਨ। ਉਹਨਾਂ ਨੇ ਉਦੋਂ ਕਿਹਾ ਸੀ ਕਿ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਮੋਰਚਾ ਕਿਉਂ ਚੁੱਕਿਆ ਗਿਆ। ਹੁਣ ਮੋਰਚੇ ਵਿੱਚੋਂ ਕਿਸ ਤਰ੍ਹਾਂ ਦਾ ਹਾਸਲ ਚਾਹੁੰਦੇ ਸਨ ਆਗੂ। ਹੁਣ SIT ਆਪਣੇ ਤੌਰ ਤੇ ਦਵਾ-ਦਵ ਕਾਰਵਾਈ ਕਰ ਰਹੀ ਹੈ। ਕਦੀ ਕਿਸੇ ਨੂੰ ਬੁਲਾਉਂਦੇ ਨੇ। ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਹੋਈ ਹੈ, ਸੁਖਬੀਰ ਬਾਦਲ ਤੋਂ ਵੀ ਹੋਈ ਹੈ, ਹੋਰਨਾਂ ਆਗੂਆਂ ਤੋਂ ਵੀ ਹੋਵੇਗੀ ਤੇ ਕਥਾਵਾਚਕ ਭਾਈ ਪੰਥਪ੍ਰੀਤ ਸਿੰਘ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਵੀ ਪੁੱਛਗਿੱਛ ਜਿਹੜੀ ਆ ਹੋਵੇਗੀ। ਇਹਨਾਂ ਤੋਂ ਪੁੱਛਗਿੱਛ ਦੇ ਵਿੱਚ ਕੀ ਹੋਵੇਗਾ, ਕੀ ਪੁੱਛਿਆ ਜਾਵੇਗਾ ਕਿ ਕਿਸ ਤਰ੍ਹਾਂ ਦੀ ਸੰਗਤ ਸੀ, ਕੀ ਹੈ, ਸਾਰੀਆਂ ਗੱਲਾਂ ਹੋਣਗੀਆਂ। ਪਰ SIT ਬੜੀ ਕਾਹਲੀ ਨਾਲ ਆਪਣਾ ਕੰਮ ਕਰ ਰਹੀ ਹੈ ਤੇ ਕੀ ਇਹੋ ਹੀ ਰਿਪੋਰਟ ਜਿਹੜੀ ਹੈ ਅਦਾਲਤ ਵਿੱਚ ਫਿਰ ਇਸ ਤਰ੍ਹਾਂ ਐਡਮਿਸਿਬਲ ਹੋਵੇਗੀ, ਅਦਾਲਤ ਉਸ ਨੂੰ ਮਨਜ਼ੂਰ ਕਰੇਗੀ ਜਾਂ ਗ੍ਰਿਫਤਾਰੀਆਂ ਹੋਣਗੀਆਂ।
ਇਹ ਤਾਂ ਸਰਕਾਰ ਦੱਸ ਸਕਦੀ ਹੈ, ਸਰਕਾਰ ਦੇ ਸਲਾਹਕਾਰ ਦੱਸ ਸਕਦੇ ਨੇ, ਐਡਵੋਕੇਟ ਜਨਰਲ ਦੱਸ ਸਕਦੇ ਨੇ। ਸਰਕਾਰ ਦੀ ਮਨਸ਼ਾ ਅੰਦਰੋਂ ਕੀ ਹੈ, ਵਾਕਈ ਇਹਨਾਂ ਦੋਸ਼ੀਆਂ ਨੂੰ ਕਿਸੇ ਨੂੰ ਫੜਨਾ ਹੈ ਜਾਂ ਉਹਨਾਂ ਨੂੰ ਬਚਾਉਣਾ ਹੈ। ਜੀ ਹੁਣ ਉਹਨਾਂ ਦੋਸ਼ੀਆਂ ਦੀ ਜੋ ਡੇਰਾ ਪ੍ਰੇਮੀ ਇਸ ਕੇਸ ਦੇ ਵਿੱਚ ਨਾਮਜ਼ਦ ਨੇ, ਉਹਨਾਂ ਦੀਆਂ ਪੇਸ਼ੀਆਂ ਪੈ ਰਹੀਆਂ ਨੇ ਤੇ ਉਹ ਜਿਹੜੇ ਨੇ ਵਾਰ-ਵਾਰ ਪੇਸ਼ੀਆਂ ਭੁਗਤ ਰਹੇ ਨੇ, ਗਵਾਹੀਆਂ ਚੱਲ ਰਹੀਆਂ ਨੇ। ਹੁਣ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਵੀ ਦਾਅਵਾ ਕਰ ਦਿੱਤਾ ਸੀ ਕਿ 30 ਜੂਨ ਤੱਕ ਸਰਕਾਰ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਫੜ ਲਵੇ, ਵਰਨਾ ਅਸੀਂ ਬਰਗਾੜੀ ਮੋਰਚਾ ਦੁਬਾਰਾ ਹੈ ਜਿਹੜਾ ਉਹ ਕਾਇਮ ਕਰ ਦੇਵਾਂਗੇ। ਬਲਜੀਤ ਸਿੰਘ ਦਾਦੂਵਾਲ ਜੀ ਨੇ ਵੀ ਗੱਲ ਆਖੀ ਕਿ ਅਸੀਂ ਹੁਣ ਮੋਰਚਾ ਦੁਬਾਰਾ ਸ਼ੁਰੂ ਕਰ ਦੇਣਾ ਤੇ ਮੋਰਚੇ ਦਾ ਮੁੱਢ ਵੱਜਦਾ ਜਾ ਰਿਹਾ। ਬਰਗਾੜੀ ਮੋਰਚੇ ਦੇ ਵਾਸਤੇ ਲੋਕ ਇਕੱਠੇ ਹੁੰਦੇ ਜਾ ਰਹੇ ਨੇ। ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਦੇ 2 ਦਰਜਨ ਸਾਥੀਆਂ ਸਮੇਤ ਪਿੰਡ ਬਰਗਾੜੀ ਤੋਂ ਗ੍ਰਿਫਤਾਰ ਕਰਕੇ ਕਿਤੇ ਹੋਰ ਲਿਜਾਇਆ ਗਿਆ ਤੇ ਸਰਕਾਰ ਕੋਸ਼ਿਸ਼ ਕਰ ਰਹੀ ਕਿ ਕਿਸੇ ਨਾ ਕਿਸੇ ਤਰੀਕੇ ਮੋਰਚਾ ਨਾ ਲੱਗੇ, ਪਰ ਉੱਥੇ ਹੋਰ ਧਿਰਾਂ ਵੀ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਤੇ ਮੋਰਚਾ ਲੱਗਣ ਦੀ ਇਸ ਵੇਲੇ ਪੂਰੀ ਤਿਆਰੀ ਜਿਹੜੀ ਆ ਉਹ ਹੋ ਰਹੀ ਹੈ। ਪੰਜਾਬ ਦੇ ਵਿੱਚ ਹਾਲਾਤ, ਇੱਕ ਪਾਸੇ ਕਿਸਾਨੀ ਮੋਰਚਾ, ਇੱਕ ਪਾਸੇ ਬਰਗਾੜੀ ਮੋਰਚਾ, ਦੂਸਰੇ ਪਾਸੇ ਥਾਂ ਤੇ ਬਿਜਲੀ ਦੇ ਮੋਰਚੇ। ਮੋਤੀ ਮਹਿਲ ਵੱਲ ਨੂੰ ਵੀ ਜਿਹੜੇ ਕਿਸਾਨ ਨੇ ਜਾਂ ਬਿਜਲੀ ਦੀਆਂ ਮੰਗਾਂ ਵਾਲੇ ਲੋਕ ਜਿਹੜੇ ਕੂਚ ਕਰ ਰਹੇ ਨੇ, ਹਾਹਾਕਾਰ ਹੈ। ਤੇ ਇਸ ਵੇਲੇ ਪੰਜਾਬ ਜਿਹੜਾ ਭਖਦਾ ਹੋਇਆ, ਇਸ ਵੇਲੇ ਲਾਲ ਹੋਇਆ ਪਿਆ ਮੁੱਦਿਆਂ ਦੇ ਨਾਲ, ਮੋਰਚਿਆਂ ਦੇ ਨਾਲ। ਬੇਰੁਜ਼ਗਾਰ ਅਧਿਆਪਕ ਪਹਿਲੇ ਆਪਣਾ ਰੌਲਾ ਪਾ ਰਹੇ ਨੇ। ਇਸ ਵੇਲੇ ਸਰਕਾਰ ਜਿਹੜੀ ਹੈ ਕਾਫੀ ਜ਼ਿਆਦਾ ਮੁਸ਼ਕਲਾਂ ਦੇ ਵਿੱਚ ਘਿਰੀ ਹੋਈ ਜਾਵੇ। ਜੀ ਕੁਲਦੀਪ ਜੀ, ਮੰਗਲਵਾਰ ਤੋਂ ਰੌਲਾ ਪੈ ਰਿਹਾ ਕਿ ਸਿੱਧੂ ਦੀ ਰਾਹੁਲ ਨਾਲ ਮੀਟਿੰਗ ਹੈ। ਰਾਹੁਲ ਸ਼ਾਮ ਨੂੰ ਕਹਿ ਦਿੰਦਾ ਵੀ ਮੇਰੀ ਕੋਈ ਮੀਟਿੰਗ ਨਹੀਂ ਸੀ, ਸਿੱਧੂ ਦੀ ਸਾਖ ਨੂੰ ਫਿਰ ਸੱਟ ਲੱਗਦੀ ਹੈ। ਪਰ ਕੱਲ ਖਬਰ ਆਉਂਦੀ ਹੈ ਵੀ ਇਹਨਾਂ ਦੋਨਾਂ ਦੀ ਮੀਟਿੰਗ ਹੋਈ ਆ। ਕੀ ਕੁਝ ਨਿਕਲ ਕੇ ਆਇਆ ਬਾਹਰ? ਹਿੰਦੂ ਮਤ ਵਿੱਚ ਵਿਸ਼ਵਾਸ ਰੱਖਣ ਵਾਲੇ ਹਿੰਦੂ ਭਾਈਚਾਰੇ ਦੇ ਵਿੱਚ ਇਹ ਸਮਝਿਆ ਜਾਂਦਾ ਹੈ ਕਿ ਜਦੋਂ ਤੱਕ ਆਪਣੇ ਜੀਵਨ ਕਾਲ ਦੇ ਵਿੱਚ 4 ਧਾਮ ਯਾਤਰਾ ਪੂਰੀ ਨਾ ਕਰ ਲਈ ਜਾਵੇ, ਜੀਵਨ ਸਫਲ ਨਹੀਂ ਹੁੰਦਾ। ਦੁਆਰਕਾ ਹੈ, ਪੁਰੀ ਹੈ, ਬਦਰੀਨਾਥ ਹੈ ਤੇ ਰਮੇਸ਼ਵਰਨ। ਇੱਕ ਛੋਟਾ 4 ਧਾਮ ਵੀ ਹੈ, ਪਰ ਜਿਹੜੇ 4 ਧਾਮ ਮੈਂ ਪਹਿਲਾਂ ਗਿਣਾਏ ਨੇ, ਉਹਨਾਂ ਦੀ ਯਾਤਰਾ ਇੱਕ ਹਿੰਦੂ ਵਾਸਤੇ ਆਪਣੇ ਜੀਵਨ ਕਾਲ ਦੇ ਵਿੱਚ ਜ਼ਰੂਰੀ ਸਮਝੀ ਜਾਂਦੀ ਹੈ। ਤੇ ਮੈਂ ਇਹ ਸਮਝਦਾ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਕੁਝ ਖਲੋਣ ਲਈ, ਖੱਟਣ ਲਈ, ਇਹ ਜਿਹੜੇ ਇਸ ਵੇਲੇ 3 ਧਾਮ ਨੇ ਦਿੱਲੀ ਦੇ ਵਿੱਚ, ਇਹਨਾਂ ਦੀ ਯਾਤਰਾ ਬਹੁਤ ਜ਼ਰੂਰੀ ਹੋਈ ਪਈ ਆ। ਕਿਹਦੀ ਹਾਜ਼ਰੀ ਨਹੀਂ ਲੱਗੀ? ਕੈਪਟਨ ਅਮਰਿੰਦਰ ਸਿੰਘ ਦੀ ਨਹੀਂ ਲੱਗੀ, ਕਿ ਚਰਨਜੀਤ ਸਿੰਘ ਚੰਨੀ ਦੀ ਲੱਗੀ, ਕਿ ਪ੍ਰਗਟ ਸਿੰਘ ਦੀ ਨਹੀਂ ਲੱਗੀ, ਪਨਪ੍ਰੀਤ ਬਾਦਲ ਦੀ ਨਹੀਂ ਹਾਜ਼ਰੀ ਲੱਗੀ। ਕਿਹੜਾ ਆਗੂ ਉੱਥੇ ਨਹੀਂ ਪਹੁੰਚਿਆ? ਪ੍ਰਤਾਪ ਸਿੰਘ ਬਾਜਵਾ ਨਹੀਂ ਪਹੁੰਚੇ, ਸ਼ਮਸ਼ੇਰ ਸਿੰਘ ਦੂਲੋਂ ਵੀ ਜਾ ਕੇ ਆਏ ਨੇ। ਕੋਈ ਬਚਿਆ ਨਹੀਂ ਕੋਈ ਐਮਐਲਏ ਜਿਹੜਾ ਉੱਥੇ ਨਾ ਜਾ ਕੇ ਆਇਆ ਹੋਵੇ। ਔਰ ਰਾਹੁਲ ਗਾਂਧੀ, ਪ੍ਰਿਯੰਕਾ ਤੇ ਸੋਨੀਆ ਤੇ ਚੌਥੀ ਜਿਹੜੀ ਆ ਖੜਗੇ ਕਮੇਟੀ ਨੂੰ ਪੂਰੇ ਕਰ ਲਓ ਤੇ 4 ਧਾਮ ਯਾਤਰਾ ਜਿਹੜੀ ਆ ਪੂਰੀ ਹੋ ਜਾਂਦੀ ਹੈ। ਜੀ ਕਿ ਪੰਜਾਬ ਦੇ ਹਿੱਤਾਂ ਵਾਸਤੇ, ਪੰਜਾਬ ਦੀ ਬਿਹਤਰੀ ਵਾਸਤੇ ਇੱਕ ਅਗਾਂਹ ਵਧੂ ਸੂਬਾ, ਜਿਸ ਨੂੰ ਬ੍ਰੈਡ ਬਾਸਕਟ ਆਖਿਆ ਜਾਂਦਾ ਸੀ ਸਾਰੇ ਇੰਡੀਆ ਦੀ, ਤੇ ਇੰਨੇ ਮਿਹਨਤੀ, ਇੰਨੇ ਵਾਈਬ੍ਰੈਂਟ ਲੋਕ ਤੇ ਇੰਨੇ ਐਂਟਰਪ੍ਰੈਨਿਓਰ ਲੋਕ ਜੋ ਦੁਨੀਆ ਵਿੱਚ ਕਿਤੇ ਵੀ ਜਾ ਕੇ ਕਾਮਯਾਬ ਹੋਣ ਦੀ ਸਮਰੱਥਾ ਰੱਖਦੇ ਨੇ, ਕਿ ਇਹਨਾਂ ਵਾਸਤੇ ਇਹ 3-4 ਕਮੇਟੀਆਂ ਜਾਂ 3-4 ਵਿਅਕਤੀ ਰਹਿ ਗਏ ਨੇ ਜਿਹੜੇ ਇਹਨਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਕਿ ਰਾਹੁਲ ਗਾਂਧੀ ਜੋ ਇੰਨੇ ਲੰਬੇ ਸਮੇਂ ਤੋਂ ਲੱਗੇ ਹੋਏ ਨੇ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਡਿੱਗਣ ਤੋਂ ਬਾਅਦ ਜਦੋਂ ਉਹਨਾਂ ਦੀ ਖਤਮ ਹੋ ਗਿਆ ਸੀ 5 ਸਾਲ, 10 ਸਾਲ ਖਤਮ ਹੋ ਗਏ ਤੇ ਨਰਿੰਦਰ ਮੋਦੀ ਦੀ 2014 ਦੀ ਸਰਕਾਰ ਬਣ ਗਈ। ਰਾਹੁਲ ਗਾਂਧੀ ਨੇ ਕਿਹੜਾ ਨਾਮਣਾ ਖੱਟਿਆ ਉਸ ਤੋਂ ਬਾਅਦ? ਪ੍ਰਿਯੰਕਾ ਗਾਂਧੀ ਇਸ ਵੇਲੇ ਕਿਹੜੀ ਪੋਜੀਸ਼ਨ ਦੇ ਵਿੱਚ ਜਿਹੜੀ ਹੈ ਉਹ ਇਹਨਾਂ ਨੂੰ ਗਾਈਡ ਕਰਦੀ ਹੈ? ਜਾਂ ਨਵਜੋਤ ਸਿੰਘ ਸਿੱਧੂ ਉਹਨਾਂ ਕੋਲ ਜਾ ਕੇ ਕੀ ਹਾਸਲ ਕਰਨਾ ਚਾਹੁੰਦੇ ਨੇ? ਸੋਨੀਆ ਗਾਂਧੀ ਭਾਵੇਂ ਇਸ ਵੇਲੇ ਕਾਂਗਰਸ ਦੀ ਕਮਾਂਡ ਉਹਨਾਂ ਦੇ ਕੋਲ ਹੈ, ਪਰ ਕੀ ਇਹ ਮਸਲਾ ਜਿਹੜਾ ਹੈ ਪਾਰਟੀ ਦਾ ਮਸਲਾ ਹੈ ਕਿ ਮੁੱਦਿਆਂ ਦੀ ਗੱਲ ਹੈ? ਸਿੱਧੂ ਸਾਹਿਬ ਕਹਿੰਦੇ ਨੇ ਕਿ ਮੇਰੇ ਨਾਲ ਅਹੁਦਿਆਂ ਦੀ ਗੱਲ ਨਾ ਕਰੋ, ਮੈਂ ਅਹੁਦਿਆਂ ਦੀ ਰਾਜਨੀਤੀ ਪਿਆ ਹੋਇਆ ਨਹੀਂ, ਪਰ ਮੁੱਦਿਆਂ ਦੀ ਗੱਲ ਹੈ। ਕੀ ਇਹ ਜਿਨ੍ਹਾਂ ਵਿਅਕਤੀਆਂ ਦੇ ਨਾਮ ਨੇ, ਰਾਹੁਲ ਹੈ, ਸੋਨੀਆ, ਪ੍ਰਿਯੰਕਾ ਜਾਂ ਮਲਕਾਰਜੁਨ ਖੜਗੇ ਹੈ, ਕੀ ਇਹਨਾਂ ਦੀ ਕਮੇਟੀ ਜਿਹੜੀ ਹੈ ਪੰਜਾਬ ਦੇ ਮੁੱਦਿਆਂ ਦਾ ਹੱਲ ਕਰੇਗੀ? ਕੀ ਹਾਸਲ ਕਰਨਾ ਹੈ ਅਸੀਂ ਇੱਥੋਂ? ਪਿਛਲੇ 2 ਹਫ਼ਤਿਆਂ ਦੇ ਵਿੱਚ ਜਾਂ 1.5 ਹਫ਼ਤੇ ਦੇ ਵਿੱਚ ਅਰਵਿੰਦ ਕੇਜਰੀਵਾਲ ਭਾਵੇਂ ਸਿਆਸਤ ਚਮਕਾਉਣ ਹੀ ਆਏ ਹੋਣ, ਉਹਨਾਂ ਨੇ ਪਹਿਲੀ ਵਾਰ ਆ ਕੇ ਤੇ ਕੁੰਵਰ ਵਿਜੇ ਪ੍ਰਤਾਪ ਨੂੰ ਸ਼ਾਮਲ ਕੀਤਾ ਅੰਮ੍ਰਿਤਸਰ। ਪੰਜਾਬ ਦੇ ਲਹਿੰਦੇ ਪਾਸੇ ਗਏ ਨੇ ਤੇ ਫਿਰ ਚੜ੍ਹਦੇ ਪਾਸੇ ਪਹੁੰਚ ਗਏ ਨੇ ਰਾਜਧਾਨੀ ਦੇ ਵਿੱਚ। ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਤੇ ਵੱਡੇ ਐਲਾਨ ਕੀਤੇ ਨੇ। ਉਧਰੋਂ ਗਰਮੀ ਨੇ ਵੱਟ ਕੱਢੇ ਪਏ ਨੇ ਤੇ ਉਧਰੋਂ ਬਿਜਲੀ ਦੇ ਐਲਾਨ ਕਰ ਰਹੇ ਨੇ। ਮੁੱਖ ਮੰਤਰੀ ਨੇ ਉਹ ਸਟੇਟ ਦੇ, ਉੱਥੇ ਵੀ ਕੰਮਕਾਜ ਆ ਉਹਨਾਂ ਨੂੰ, ਤੇ ਰਾਹੁਲ ਗਾਂਧੀ ਤਾਂ ਵਿਹਲੇ ਨੇ। ਜੇ ਇਹ ਸਾਰੇ ਜੋ ਹਾਜ਼ਰੀ ਲਵਾਉਣ ਉੱਥੇ ਜਾਂਦੇ ਨੇ, ਰਾਹੁਲ ਗਾਂਧੀ ਪੰਜਾਬ ਨਹੀਂ ਆ ਸਕਦੇ? ਬਿਲਕੁਲ। ਇੱਥੇ ਆ ਕੇ ਬੈਠਣ ਕੀ ਗੱਲ? ਹੋਟਲਾਂ ਦੀ ਕਮੀ ਹੈ? ਇੰਨੇ ਵੱਡੇ ਫਾਰਮ ਬਣੇ ਹੋਏ ਨੇ ਸੀਸਮਾਂ ਦੇ ਆਸ-ਪਾਸ, ਉੱਥੇ ਆ ਕੇ ਰਹਿਣ। ਰਾਹੁਲ ਗਾਂਧੀ ਤੇ ਸਾਰਿਆਂ ਨੂੰ ਪੰਜਾਬ ਆਉਣਾ ਚਾਹੀਦਾ ਜੇ ਪੰਜਾਬ ਦੀ ਗੱਲ ਮੁਕਾਉਣੀ ਹੈ। ਇਹ ਦਿੱਲੀ ਜਾ ਕੇ ਹਾਜ਼ਰੀਆਂ ਜਿਹੜੀਆਂ ਲੱਗਦੀਆਂ ਨੇ, ਇਹਨਾਂ ਦਾ ਕੀ ਮਤਲਬ ਹੈ? ਨਵਜੋਤ ਸਿੰਘ ਸਿੱਧੂ
ਮੈਂ ਸਮਝਦਾ ਕਿ ਜਿੰਨੇ ਮੁੱਦੇ ਉਹ ਉਠਾ ਚੁੱਕੇ ਨੇ ਤੇ ਜੇ ਉਹਨਾਂ ਤੋਂ ਘੱਟ ਉਹ ਲੈ ਕੇ ਕੁਝ ਨਾ ਕੁਝ ਲੈ ਕੇ ਮੁੜਦੇ ਨੇ ਤੇ ਇਹ ਉਹਨਾਂ ਵਾਸਤੇ ਵੀ ਚੰਗੀ ਗੱਲ ਨਹੀਂ। ਹੁਣ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਹੁਣ ਤੱਕ ਮੁੱਦੇ ਉਠਾਏ ਨੇ, ਜਿਨ੍ਹਾਂ ਦੇ ਵਿੱਚ ਜਿਹੜੀਆਂ ਅਸੀਂ ਪਹਿਲਾਂ ਗੱਲਾਂ ਕੀਤੀਆਂ, ਗੋਲੀ ਕਾਂਡ ਹੈ, ਕੋਟਕਪੂਰਾ ਗੋਲੀ ਕਾਂਡ ਹੈ, ਬਹਿਬਲ ਕਲਾਂ ਗੋਲੀ ਕਾਂਡ ਹੈ, ਬੇਅਦਬੀ ਕਾਂਡ ਹੈ, ਉਸ ਦੀ ਜਾਂਚ ਹੈ, ਉਸ ਤੋਂ ਪਹਿਲਾਂ ਰੇਤ ਮਾਫੀਆ ਦੀ ਗੱਲ ਹੈ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਸਾਰੀਆਂ ਗੱਲਾਂ ਨਸ਼ਿਆਂ ਦੀ ਗੱਲ ਹੈ। ਤੇ ਜੇ ਇਹਨਾਂ ਵਿੱਚੋਂ ਕਿਸੇ ਮੁੱਦੇ ਦਾ ਹੱਲ ਉਹ ਲਏ ਤੋਂ ਬਿਨਾਂ ਉੱਥੋਂ ਵਾਪਸ ਆਉਂਦੇ ਨੇ ਤੇ ਜਿਵੇਂ ਕਿ ਕਾਂਗਰਸ ਹਾਈ ਕਮਾਂਡ ਕੋਸ਼ਿਸ਼ ਕਰੇ ਕਿ ਕਿਸੇ ਤਰ੍ਹਾਂ ਢੱਕ ਲਪੇਟ ਕੇ ਜਿਹੜਾ ਅਸੀਂ ਵੋਟਾਂ ਕਰਵਾ ਲਈਏ ਤੇ ਫਿਰ ਦੇਖਾਂਗੇ, ਇਸ ਤਰ੍ਹਾਂ ਤੇ ਨਹੀਂ ਗੱਲ ਬਣਨ ਵਾਲੀ। ਪਰ ਰਾਹੁਲ ਨੇ ਸਿੱਧੂ ਨੂੰ ਨਵਾਂ ਪੰਜਾਬ ਫਾਰਮੂਲਾ ਸਮਝਾਇਆ, ਖਬਰਾਂ ਆ ਰਹੀਆਂ ਨੇ ਸਾਰਾ ਪੰਜਾਬ ਤੇ ਰਲ ਮਿਲ ਕੇ ਇਹਨਾਂ ਨੇ ਚੱਟ ਲਿਆ ਤੇ ਇਹਨਾਂ ਨੇ ਹੁਣ ਨਵਾਂ ਕੀ ਕਰਨਾ? ਨਵਾਂ ਪਤਾ ਨਹੀਂ ਕੀ ਸਮਝਾਇਆ ਹੋਵੇਗਾ। ਰਾਹੁਲ ਨੇ ਨਵੇਂ ਪੰਜਾਬ ਦਾ ਫਾਰਮੂਲਾ ਉਹਨਾਂ ਨੂੰ ਕਿੱਥੋਂ ਦਿੱਤਾ? ਰਾਹੁਲ ਨੂੰ ਪੰਜਾਬ ਬਾਰੇ ਕਿੰਨੀ ਕੁ ਜਾਣਕਾਰੀ ਹੈ? ਰਾਹੁਲ ਪੰਜਾਬ ਦੇ ਬਾਰੇ ਨਵਜੋਤ ਸਿੰਘ ਸਿੱਧੂ ਜਾਂ ਕੈਪਟਨ ਅਮਰਿੰਦਰ ਸਿੰਘ ਤੋਂ ਵੱਧ ਜਾਣਦੇ ਨੇ, ਉਹਨਾਂ ਨੂੰ ਮੁੱਦਿਆਂ ਦੀ ਵੱਧ ਸਮਝ ਹੈ। ਉਹ ਤਾਂ ਸਿਰਫ ਇਹ ਕਰ ਸਕਦੇ ਨੇ ਕਿ ਨਵਜੋਤ ਸਿੰਘ ਸਿੱਧੂ ਜਿਸ ਵਿਊ ਪੁਆਇੰਟ ਤੇ ਗੱਲ ਕਰ ਰਹੇ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਦਾ ਜੋ ਮੌਕਫ ਹੈ ਕਿ ਉਹ ਉਹਨਾਂ ਚੋਂ ਸਹੀ ਕੌਣ ਹੈ। ਤੇ ਹੁਣ 2 ਦਿਨਾਂ 'ਚ ਫੈਸਲਾ, 3 ਦਿਨਾਂ 'ਚ ਫੈਸਲਾ, ਤੇ ਵਿੱਚੋਂ ਖਬਰਾਂ ਨਿਕਲ ਕੇ ਆਉਂਦੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਹੈ ਉਹ ਲਾਂਭੇ ਵੀ ਕੀਤਾ ਜਾ ਸਕਦਾ ਹੈ ਤੇ ਅਗਲੀਆਂ ਚੋਣਾਂ ਵਾਸਤੇ ਹੋ ਸਕਦਾ ਕਿ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਨਾ ਹੋਣ। ਤੇ ਦੂਸਰੇ ਪਾਸੇ ਉਹਨਾਂ ਨੂੰ 18 ਨੁਕਾਤੀ ਪ੍ਰੋਗਰਾਮ ਦਿੱਤਾ ਜਾ ਰਿਹਾ ਕਿ ਤੁਸੀਂ ਹੁਣ ਇਹਨਾਂ ਤੇ ਕੰਮ ਕਰੋ ਤੇ ਤੁਸੀਂ ਆਪਣਾ ਜਿਹੜਾ ਛਵੀ ਹੈ ਸੁਧਾਰ ਲਓ। ਛਵੀ ਕਿੱਦਾਂ ਸੁਧਾਰ ਹੋ ਜਾਏਗੀ? ਇਹ 6 ਮਹੀਨੇ ਤੋਂ ਵੀ ਘੱਟ ਸਮਾਂ ਤੇ ਸਮੱਸਿਆਵਾਂ ਦਾ ਲੱਗਿਆ ਹੋਇਆ ਢੇਰ, ਕਿਸਾਨ ਅੰਦੋਲਨ ਤੇ ਵਿਰੋਧੀ ਧਿਰਾਂ ਗਲ ਨੂੰ ਪਈਆਂ ਹੋਈਆਂ ਨੇ ਤੇ 300 ਯੂਨਿਟ ਮਾਫ ਕਰਨ ਤੱਕ ਦੇ ਵਾਅਦੇ ਕਰ ਚੁੱਕੇ ਨੇ। ਅਕਾਲੀ ਦਲ ਵਾਲੇ ਵੱਡੀਆਂ ਰੈਲੀਆਂ ਕਰ ਰਹੇ ਨੇ। ਕਿਵੇਂ ਲੜਾਈ ਲੜਨੀ ਆ? ਕੀ ਮੁੱਦਾ ਸਿਰਫ ਇੱਥੋਂ ਤੱਕ ਸੀਮਤ ਹੈ ਕਿ ਇਲੈਕਸ਼ਨਾਂ ਕਿਵੇਂ ਜਿੱਤਣੀਆਂ ਨੇ? ਹੁਣ ਜਿਹੜੇ ਵਿਅਕਤੀ ਆਵਾਜ਼ ਉਠਾ ਰਹੇ ਸਨ ਨਵਜੋਤ ਸਿੰਘ ਸਿੱਧੂ ਦੀ ਸੁਰ 'ਚ ਸੁਰ ਮਿਲਾ ਕੇ ਜਾਂ ਆਪਣੇ ਤੌਰ ਤੇ, ਉਹ ਚੁੱਪ ਕਰਕੇ ਕਈ ਉਹਨਾਂ ਵਿੱਚੋਂ ਆ ਕੇ ਬੈਠ ਗਏ ਨੇ। ਕੀ ਉਹ ਸੈਟੀਸਫਾਈ ਹੋ ਗਏ ਨੇ ਕਿ ਪੰਜਾਬ ਦੇ ਮੁੱਦਿਆਂ ਦਾ ਹੱਲ ਹੋਵੇਗਾ? ਕੋਈ ਨਾ ਕੋਈ ਫੂਕ ਮਾਰਤੀ ਹੋਣੀ ਕੰਨ 'ਚ, ਕੋਈ ਫੂਕ ਵੱਜੀ ਹੋਵੇਗੀ। ਪਰ ਓਵਰਆਲ ਇਸ ਵੇਲੇ ਸਥਿਤੀ ਜਿਹੜੀ ਹੈ ਬਹੁਤੀ ਵਧੀਆ ਨਹੀਂ। ਨਵਜੋਤ ਸਿੰਘ ਸਿੱਧੂ ਮੰਨਣ ਭਾਵੇਂ ਨਾ, ਪਰ ਪਹਿਲੇ ਦਿਨ ਜਿਸ ਤਰ੍ਹਾਂ ਉਹਨਾਂ ਨੂੰ ਬੁਲਾ ਕੇ ਉੱਥੇ ਰਾਹੁਲ ਗਾਂਧੀ ਨੇ ਕਹਿਤਾ ਕਿ ਅੱਜ ਤੱਕ ਕੋਈ ਮੀਟਿੰਗ ਹੀ ਨਹੀਂ ਸੀ, ਇੱਕ ਕਿਸਮ ਦਾ ਉਹਨਾਂ ਨੂੰ ਜਲੀਲ ਕੀਤਾ ਗਿਆ। ਭਾਵੇਂ ਉਹਨਾਂ ਦੀ ਬਾਅਦ ਵਿੱਚ ਰਾਹੁਲ ਗਾਂਧੀ ਨਾਲ, ਸੋਨੀਆ ਨਾਲ, ਪ੍ਰਿਯੰਕਾ ਨਾਲ ਮੀਟਿੰਗ ਹੋ ਗਈ ਹੈ ਤੇ ਨਵਜੋਤ ਸਿੰਘ ਸਿੱਧੂ ਨੂੰ ਫੋਟੋ ਦਿਖਾਉਣੀ ਪਈ ਮੀਡੀਆ ਨੂੰ ਕਿ ਮੈਂ ਅਜੇ ਗਾਂਧੀ ਪਰਿਵਾਰ ਦੇ ਸੰਪਰਕ ਵਿੱਚ ਹਾਂ। ਨਵਜੋਤ ਸਿੰਘ ਸਿੱਧੂ ਇਸ ਵੇਲੇ ਕੇਂਦਰ ਬਿੰਦੂ ਨੇ ਪੰਜਾਬ ਦੀ ਸਿਆਸਤ ਵਿੱਚ। ਪਰ ਮੈਨੂੰ ਇਹ ਗੱਲ ਕਤਨ ਬਿਲਕੁਲ ਵੀ ਚੰਗੀ ਨਹੀਂ ਲੱਗ ਰਹੀ ਕਿ ਇੱਥੇ ਦੇ ਪੰਜਾਬ ਦੇ ਆਗੂਆਂ ਦੀਆਂ ਹਾਜ਼ਰੀਆਂ ਜਿਹੜੀਆਂ ਨੇ ਦਿੱਲੀ ਦਰਬਾਰ ਦੇ ਵਿੱਚ ਲੱਗ ਰਹੀਆਂ ਨੇ, ਉਹ ਵੀ ਕਾਂਗਰਸ ਦੇ ਵਿੱਚ, ਜਦੋਂ ਕਾਂਗਰਸ ਇੰਨੀ ਕਮਜ਼ੋਰ ਸਥਿਤੀ ਦੇ ਵਿੱਚ ਹੋਵੇ ਤੇ ਵਿਹਲੀ ਹੋਵੇ ਕਿ ਉਹ ਪੰਜਾਬ ਆ ਕੇ ਇਸ ਮਸਲੇ ਦਾ ਹੱਲ ਨਾ ਕਰ ਸਕੇ। ਕੁਲਦੀਪ ਜੀ, ਮੁੱਦੇ ਇਸ ਵੇਲੇ ਬਹੁਤ ਨੇ ਪੰਜਾਬ ਦੇ, ਪਰ ਸਮਾਂ ਪ੍ਰੋਗਰਾਮ ਦਾ ਖਤਮ ਹੋ ਗਿਆ। ਤੁਸੀਂ ਸਟੂਡੀਓ 'ਚ ਆਏ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।